ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ ਕਿਸ ਬਿਧ ਰੁਲੀ ਪਾਤਸ਼ਾਹੀ, ਭਾਗ ਦੂਜਾ, ਪੰਨਾ ਨੰਬਰ 11। ਪਤਨ ਦਾ ਦੌਰ। ਇਤਿਹਾਸ ਅੰਦਰ ਇਨਕਲਾਬੀ ਲਹਿਰਾਂ ਦੁਆਰਾ ਚੜ੍ਹਤਲ ਦਾ ਇੱਕ ਦੌਰ ਹੰਢਾਉਣ ਤੋਂ ਬਾਅਦ ਅਟੱਲ ਤੌਰ ਤੇ ਪਤਨ ਦਾ ਸ਼ਿਕਾਰ ਹੋ ਜਾਣ ਦੇ ਵਿਆਪਕ ਵਰਤਾਰੇ ਦਾ ਗਹਿਰ ਗੰਭੀਰ ਅਧਿਐਨ ਕਰਨ ਤੋਂ ਬਾਅਦ ਸਮਾਜ ਵਿਗਿਆਨੀ ਇਸ ਸਰਬ ਸਾਂਝੇ ਨਿਰਣੇ ਤੇ ਅਪੜੇ ਹਨ ਕਿ ਇਨਕਲਾਬੀ ਆਦਰਸ਼ ਦੀ ਪ੍ਰੇਰਨਾ ਤੇ ਇਸ ਨਾਲ ਜੁੜਵਾਂ ਜੋਸ਼ੋ ਖਰੋਸ਼ ਸਥਿਰ ਨਹੀਂ ਹੁੰਦਾ। ਭਾਵ ਇਹ ਕਿ ਇਨਕਲਾਬੀ ਆਦਰਸ਼ਪੁਣਾ ਤੇ ਜਜ਼ਬਾਤੀ ਜੋਸ਼ ਬਹੁਤੀ ਲੰਮੀ ਮੁੱਦਤ ਤੱਕ ਕਾਇਮ ਨਹੀਂ ਰਹਿੰਦੇ। ਇਸ ਕਰਕੇ ਆਮ ਹੀ ਇਹ ਕਿਹਾ ਜਾਣ ਲੱਗ ਪਿਆ ਹੈ ਕਿ ਉਲਟ ਇਨਕਲਾਬ ਦਾ ਪਰਛਾਵੇਂ ਵਾਂਗ ਪਿੱਛਾ ਕਰ ਰਿਹਾ ਹੁੰਦਾ ਹੈ। ਇਹ ਗੱਲ ਸਭ ਤੋਂ ਵੱਧ ਪ੍ਰਮਾਣਿਕ ਰੂਪ 'ਚ ਫਰਾਂਸ, ਰੂਸ ਤੇ ਚੀਨ ਦੇ ਇਨਕਲਾਬਾਂ ਉੱਤੇ ਲਾਗੂ ਹੁੰਦੀ ਹੈ। ਲਾਲਚ, ਖੁਦਪ੍ਰਸਤੀ, ਚੌਧਰ ਦੀ ਲਾਲਸਾ, ਗਲਬੇ ਦੀ ਰੁਚੀ, ਆਪਾ ਪੁਗਾਊ ਬਿਰਤੀ ਤੇ ਮਨੁੱਖੀ ਫਿਤਰਤ ਦੀਆਂ ਅਜਿਹੀਆਂ ਹੋਰਨਾਂ ਕਮਜ਼ੋਰੀਆਂ ਨੇ ਆਦਰਸ਼ਵਾਦੀ ਲਹਿਰਾਂ ਨੂੰ ਆਪਣੀ ਮੌਲਿਕ ਦਿਸ਼ਾ ਤੇ ਨਿਸ਼ਾਨਿਆਂ ਤੋਂ ਵਾਰ-ਵਾਰ ਭਟਕਾਇਆ ਹੈ। ਇਤਿਹਾਸਕ ਤਜਰਬੇ 'ਚੋਂ ਇਹ ਗੱਲ ਉਘੜਵੇਂ ਰੂਪ ਵਿੱਚ ਸਾਹਮਣੇ ਆਈ ਹੈ ਕਿ ਜਿਹੜੀਆਂ ਲਹਿਰਾਂ ਖਾਲੀ ਵਿਚਾਰਧਾਰਾ ਦਾ ਆਸਰਾ ਤੱਕ ਕੇ ਚੱਲੀਆਂ ਤੇ ਜਿਨ੍ਹਾਂ ਨੂੰ ਦੈਵੀ ਪ੍ਰੇਰਨਾ ਤੇ ਧਾਰਮਿਕ ਜੋਸ਼ ਦਾ ਢਾਸਣਾ ਨਹੀਂ ਸੀ, ਉਹਨਾਂ ਨੂੰ ਇਸ ਫੇਟ ਨੇ ਵਧੇਰੇ ਅਗੇਤਰਾ ਤੇ ਵੱਧ ਸੌਖ ਨਾਲ ਦਬੋਚ ਲਿਆ। ਪਿਛਲੀ ਸਦੀ ਅੰਦਰ ਦੁਨੀਆ ਵਿੱਚ ਕਿੰਨੇ ਹੀ ਥਾਵਾਂ ਤੇ ਪ੍ਰਗਟ ਹੋਏ ਕਮਿਊਨਿਸਟ ਜਾਂ ਨੀਮ ਕਮਿਊਨਿਸਟ ਉਭਾਰ ਆਪੋ ਆਪਣੇ ਹਿੱਸੇ ਦੀ ਸੀਮਤ ਜਿਹੀ ਮਿਆਦ ਭੋਗ ਕੇ ਦਮ ਤੋੜਦੇ ਦੇਖੇ ਗਏ। ਖਾਸ ਕਰਕੇ ਪ੍ਰਮਾਣਿਕ ਤੇ ਪ੍ਰਤਿਭਾਵਾਨ ਲੀਡਰ ਦੇ ਦ੍ਰਿਸ਼ ਤੋਂ ਲਾਂਭੇ ਹੋ ਜਾਣ ਤੋਂ ਬਾਅਦ ਕੋਈ ਵੀ ਕਮਿਊਨਿਸਟ ਇਨਕਲਾਬ ਜਾਂ ਅੰਦੋਲਨ ਆਪਣੀ ਪਹਿਲ ਤਾਜ਼ਗੀ ਕਾਇਮ ਨਹੀਂ ਰੱਖ ਸਕਿਆ। ਰੂਸ ਤੇ ਚੀਨ ਅੰਦਰ ਕਰਮਵਾਰ ਲੈਨਿਨ ਤੇ ਮਾਓ ਜ਼ੇਤੁੰਗ ਦੇ ਦੇਹਾਂਤ ਤੋਂ ਬਾਅਦ ਕਮਿਊਨਿਸਟ ਪਾਰਟੀ ਤੇ ਰਾਜ ਦੇ ਢਾਂਚੇ ਅੰਦਰ ਇੱਕਦਮ ਪ੍ਰਗਟ ਹੋ ਤੁਰੇ ਵਿਆਪਕ ਨਿਗਾਰਾਂ ਨੇ ਕਮਿਊਨਿਸਟ ਵਿਚਾਰਧਾਰਾ ਤੇ ਲਹਿਰ ਦੀਆਂ ਅੰਤਰੀਵ ਕਮਜ਼ੋਰੀਆਂ ਨੂੰ ਉਘਾੜ ਕੇ ਸਾਹਮਣੇ ਲੈ ਆਂਦਾ ਹੈ। ਖੈਰ, ਇੱਥੇ ਸਾਡਾ ਮੰਤਵ ਇਸ ਲੰਮੇ ਚੌੜੇ ਵਿਸ਼ੇ ਦੇ ਵਿਸਥਾਰ ਵਿੱਚ ਜਾਣਾ ਨਹੀਂ। ਸਾਡਾ ਮੁੱਖ ਸਰੋਕਾਰ ਇੱਕ ਪੜਾਅ ਤੇ ਜਾ ਕੇ ਸਿੱਖ ਲਹਿਰ ਅੰਦਰ ਪ੍ਰਗਟ ਹੋਏ ਨਿਗਾਰ ਮੁਖੀ ਰੁਝਾਨਾਂ ਤੇ ਇਹਨਾਂ ਦੇ ਮਾਰੂ ਅਸਰਾਂ ਦੀ ਨਿਸ਼ਾਨਦੇਹੀ ਕਰਨਾ ਹੈ। ਵਿਅਕਤੀਆਂ ਅੰਦਰ ਤੇ ਇਸ ਦੇ ਮੁਤਾਬਕ ਹੀ ਲਹਿਰਾਂ ਅੰਦਰ ਵੀ ਇਨਕਲਾਬੀ ਆਦਰਸ਼ਾਂ ਦੀ ਪ੍ਰੇਰਨਾ ਦਾ ਜ਼ੋਰ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਇਸ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ। ਜਦੋਂ ਇਨਕਲਾਬੀ ਉਭਾਰ ਆਪਣੀ ਸਿਖਰ ਤੇ ਹੁੰਦਾ ਹੈ ਜਾਂ ਜਦੋਂ ਇਨਕਲਾਬੀ ਵਿਚਾਰਧਾਰਾ ਲੋਕਾਂ ਦੇ ਮਨਾਂ ਉੱਤੇ ਛਾਈ ਹੁੰਦੀ ਹੈ ਤਾਂ ਲੋਕਾਂ ਅੰਦਰ ਉਚੇਚੇ ਮਨੋਰਥਾਂ ਲਈ ਜੂਝਣ ਤੇ ਕੁਰਬਾਨ ਹੋ ਜਾਣ ਦਾ ਜਜ਼ਬਾ ਪੂਰੇ ਜੋਬਨ ਵਿੱਚ ਹੁੰਦਾ ਹੈ। ਉਸ ਵੇਲੇ ਲੋਕ ਆਪਣੇ ਨੀਵੇਂ ਦਰਜੇ ਦੇ ਮਨੋਰਥਾਂ ਤੇ ਸੁਆਰਥਾਂ ਨੂੰ ਉੱਚੇ ਦਰਜੇ ਦੇ ਨਿਸ਼ਾਨਿਆਂ ਤੋਂ ਕੁਰਬਾਨ ਕਰ ਦੇਣ ਦੀ ਇਨਕਲਾਬੀ ਸਪਿਰਿਟ ਦੇ ਜਾਦੂ ਅਸਰ ਹੇਠ ਹੁੰਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਉਸ ਵੇਲੇ ਲੋਕਾਂ ਅੰਦਰੋਂ ਖੁਦਗਰਜ਼ੀ ਤੇ ਲਾਲਚਪੁਣੇ ਵਰਗੀਆਂ ਰੁਚੀਆਂ ਪੂਰੀ ਤਰ੍ਹਾਂ ਗਾਇਬ ਹੋ ਜਾਂਦੀਆਂ ਹਨ। ਹੁੰਦਾ ਇਹ ਹੈ ਕਿ ਇਹ ਰੁਚੀਆਂ ਉਸ ਵੇਲੇ ਇਨਕਲਾਬੀ ਸਪਿਰਿਟ ਦੇ ਜ਼ੋਰਾਵਰ ਵਹਿਣ ਮੂਹਰੇ ਨਿਤਾਣੀਆਂ ਪੈ ਜਾਂਦੀਆਂ ਹਨ। ਪਰ ਜਿਉਂ ਹੀ ਕਿਸੇ ਕਾਰਨਾਂ ਕਰਕੇ ਇਹ ਇਨਕਲਾਬੀ ਸਪਿਰਿਟ ਢੈਲੀ ਪੈ ਜਾਂਦੀ ਹੈ ਤਾਂ ਇਹ ਰੁਚੀਆਂ ਮੁੜ ਉਸੇ ਜ਼ੋਰ ਨਾਲ ਜਾਂ ਕਈ ਵੇਰਾ ਦੂਣੇ ਜ਼ੋਰ ਨਾਲ ਸਿਰ ਚੁੱਕ ਲੈਂਦੀਆਂ ਹਨ। ਰਾਜਸੀ ਵਿਦਿਆ ਦੀ ਬੋਲੀ ਵਿੱਚ ਇਸ ਨੂੰ ਪਿਛਲ ਮੋੜੇ ਜਾਂ ਪਿਛਾਕੜ ਦੇ ਵਰਤਾਰੇ ਵਜੋਂ ਜਾਣਿਆ ਜਾਂਦਾ ਹੈ। ਆਮ ਲੱਛਣਾਂ ਦੀ ਮੋਕਲੀ ਜਿਹੀ ਸਾਂਝ ਦੇ ਬਾਵਜੂਦ ਹਰ ਪਿਛਲ ਮੋੜੇ ਦੇ ਕਾਰਨ ਤੇ ਇਸ ਦੇ ਅਸਰਾਂ ਦੀ ਤਾਸੀਰ ਬਹੁਤ ਹੀ ਅਲੱਗ-ਅਲੱਗ ਹੁੰਦੀ ਹੈ। ਇਸ ਦ੍ਰਿਸ਼ਟੀ ਤੋਂ ਸਿੱਖ ਲਹਿਰ ਦੇ ਅੱਡ-ਅੱਡ ਪੜਾਵਾਂ ਦਾ ਯਥਾਰਥਕ ਵਿਸ਼ਲੇਸ਼ਣ ਕਰਦੇ ਹੋਏ ਹਰਿੰਦਰ ਸਿੰਘ ਮਹਿਬੂਬ ਲਿਖਦੇ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾ ਜਾਣ 1708 ਈਸਵੀ ਤੋਂ ਲੈ ਕੇ ਖਾਲਸਾ ਰਾਜ ਦੇ ਖਾਤਮੇ 1849 ਈਸਵੀ ਤੱਕ 140-41 ਸਾਲਾਂ ਦੇ ਲੰਮੇ ਦੌਰ ਵਿੱਚ ਖਾਲਸੇ ਦਾ ਮਹਾਨ ਅਮਲ ਲਗਾਤਾਰ ਇੱਕੋ ਜਿੰਨੀ ਉਚਾਈ ਉੱਤੇ ਨਹੀਂ ਰਿਹਾ, ਸਗੋਂ ਖਾਲਸਾ ਚੇਤਨਾ ਉੱਤੇ ਸਿੰਘ ਆਦਰਸ਼ ਦੇ ਵੱਧਦੇ ਘਟਦੇ ਪ੍ਰਭਾਵਾਂ ਦੇ ਮੁਤਾਬਕ ਹੀ ਉਸਦੇ ਅਮਲਾਂ ਅਤੇ ਪ੍ਰਾਪਤੀਆਂ ਦੀ ਮਹਾਨਤਾ ਵੱਧਦੀ ਘਟਦੀ ਰਹੀ। ਇਸ ਦੌਰ ਵਿੱਚ ਖਾਲਸਾ ਜੀ ਸਿੰਘ ਆਦਰਸ਼ ਨੂੰ ਆਪਣੀ ਕਾਲ ਚੇਤਨਾ ਵਿੱਚ ਸਰਬ ਵਿਆਪਕ ਬਣਾਉਣ ਵਿੱਚ ਸਫਲ ਨਾ ਹੋਇਆ, ਕਿਉਂਕਿ ਕਈ ਵਾਰ ਦੁਨਿਆਵੀ ਪ੍ਰਭਾਵ ਉਸ ਦੀ ਚੇਤਨਾ ਉੱਤੇ ਹਾਵੀ ਹੋ ਕੇ ਉਸਨੂੰ ਸਿੰਘ ਆਦਰਸ਼ ਦੇ ਤੇਜ ਤੋਂ ਲਾਂਭੇ ਲੈ ਜਾਂਦੇ ਸਨ ਅਤੇ ਤੁੱਛ ਅਮਲ ਦੀ ਪ੍ਰਦਰਸ਼ਨੀ ਸ਼ੁਰੂ ਹੋ ਜਾਂਦੀ ਸੀ। ਸਮਾਂ ਪੈਣ ਨਾਲ ਸਿੰਘ ਆਦਰਸ਼ ਦੀ ਵੱਡੀ ਲਹਿਰ ਦੇ ਨਾਲ ਹੀ ਖਾਲਸਾ ਚੇਤਨਾ ਦੀ ਛੋਟੀ ਲਹਿਰ ਪੈਦਾ ਹੋ ਤੁਰੀ, ਜਿਸ ਦਾ ਅਮਲ ਬਿਪਰ ਸੰਸਕਾਰ ਦੇ ਨੇੜੇ ਰਹਿਣ ਦਾ ਆਦੀ ਸੀ। ਅਤੇ ਜਦੋਂ ਬਿਪਰ ਸੰਸਕਾਰ ਦੀ ਛੋਟੀ ਲਹਿਰ ਨੇ ਸਿੰਘ ਆਦਰਸ਼ ਦੀ ਵੱਡੀ ਲਹਿਰ ਨਾਲ ਕਿਤੇ-ਕਿਤੇ ਟਕਰਾਉਣਾ ਸ਼ੁਰੂ ਕਰ ਦਿੱਤਾ
ਤਾਂ ਉਸ ਦਾ ਤੇਜ ਘਟਣ ਲੱਗਾ। ਖਾਲਸਾ ਜ਼ਿੰਦਗੀ ਦੇ ਜਿਸ ਹਿੱਸੇ ਵਿੱਚ ਸਿੰਘ ਆਦਰਸ਼ ਦੀ ਵੱਡੀ ਲਹਿਰ ਵਧੇਰੇ ਮਾਤਰਾ ਵਿੱਚ ਹੁੰਦੀ ਸੀ, ਉੱਥੇ ਦੁਨੀਆਦਾਰੀ ਅੰਸ਼ ਘੱਟ ਹੁੰਦੇ ਸਨ, ਪਰ ਜਿੱਥੇ ਵਿਪਰ ਸੰਸਕਾਰ ਦੀ ਛੋਟੀ ਲਹਿਰ ਪ੍ਰਧਾਨ ਅਤੇ ਵੱਡੀ ਲਹਿਰ ਕਮਜ਼ੋਰ ਹੁੰਦੀ ਸੀ, ਉੱਥੇ ਦੁਨਿਆਵੀ ਸਵਾਰਥ ਜ਼ੋਰ ਪਕੜ ਜਾਂਦਾ ਸੀ। 1767 ਈਸਵੀ ਪਿੱਛੋਂ ਜਦੋਂ ਸਿੱਖ ਮਿਸਲਾਂ ਦੀ ਰੂਪਰੇਖਾ ਕਾਫੀ ਨਿਖਰ ਕੇ ਸਾਹਮਣੇ ਆਉਣ ਲੱਗੀ ਤਾਂ ਸਿੰਘ ਆਦਰਸ਼ ਦੀ ਵੱਡੀ ਲਹਿਰ ਉੱਤੇ ਸੰਸਾਰੀ ਤ੍ਰਿਸ਼ਨਾ ਦੀ ਛੋਟੀ ਲਹਿਰ ਹਾਵੀ ਹੋਣ ਲੱਗੀ। ਮਿਸਲਾਂ ਦੇ ਆਪਸੀ ਝਗੜੇ, ਈਰਖਾਵਾਂ ਅਤੇ ਲਾਲਚ ਜ਼ੋਰ ਪਕੜਨ ਲੱਗੇ ਅਤੇ ਨਤੀਜੇ ਵਜੋਂ ਖਾਲਸਾ ਜ਼ਿੰਦਗੀ ਵਿੱਚ ਸਿੰਘ ਆਦਰਸ਼ ਦਾ ਸੂਖਮ ਤਾਲ ਉਖੜਨ ਲੱਗਾ। ਸੰਸਾਰੀ ਤ੍ਰਿਸ਼ਨਾ ਦੀ ਇਹ ਛੋਟੀ ਲਹਿਰ ਕਿਤੋਂ ਅਚਾਨਕ ਨਹੀਂ ਸੀ ਟਪਕ ਪਈ। ਸਿੰਘ ਆਦਰਸ਼ ਦੀ ਵੱਡੀ ਲਹਿਰ ਦੀ ਸ਼ਰੀਕ ਬਣ ਕੇ ਇਹ ਉਸਦੇ ਨਾਲੋਂ ਨਾਲ ਵਗਦੀ ਤੇ ਖਹਿੰਦੀ ਆ ਰਹੀ ਸੀ। ਜਦੋਂ ਸਿੰਘ ਆਦਰਸ਼ ਦੀ ਵੱਡੀ ਲਹਿਰ ਆਪਣੇ ਪੂਰੇ ਜੋਬਨ ਉੱਤੇ ਸੀ, ਉਦੋਂ ਵੀ ਖਾਲਸਾ ਜ਼ਿੰਦਗੀ ਦਾ ਕੋਈ ਹਿੱਸਾ ਆਪਣੀ ਮੁੱਖ ਧਾਰਾ ਤੋਂ ਲਾਂਭੇ ਜਾ ਕੇ ਸੰਸਾਰੀ ਸਵਾਰਥ ਨਾਲ ਪਤਿਤ ਹੋ ਰਿਹਾ ਸੀ। ਪਰ ਉਸ ਵੇਲੇ ਇਸ ਵਿੱਚ ਆਪਣੀ ਮੁੱਢਲੀ ਤੇ ਅਸਲ ਵੱਡੀ ਲਹਿਰ ਨੂੰ ਮਲੀਨ ਕਰਨ ਦੀ ਸਮਰੱਥਾ ਨਹੀਂ ਸੀ। ਇਸ ਸੰਦਰਭ ਵਿੱਚ ਹਰਿੰਦਰ ਸਿੰਘ ਮਹਿਬੂਬ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਦੀ ਮਿਸਾਲ ਦਿੰਦੇ ਹਨ, ਜਿਸ ਦਾ ਦੁਨੀਆਦਾਰੀ ਸਵਾਰਥ ਉਸ ਨੂੰ ਵਾਰ-ਵਾਰ ਸਿੰਘ ਆਦਰਸ਼ ਦੇ ਵਿਰੋਧ ਵਿੱਚ ਖੜਾ ਕਰਦਾ ਰਿਹਾ। ਬਾਬਾ ਆਲਾ ਸਿੰਘ ਇੱਕ ਵਰਤਾਰੇ ਦਾ ਪ੍ਰਤੀਨਿਧ ਰੂਪ। ਜੇਕਰ ਬਾਬਾ ਆਲਾ ਸਿੰਘ ਦੇ ਸਮੁੱਚੇ ਸਮਾਜੀ ਤੇ ਰਾਜਨੀਤਿਕ ਵਿਹਾਰ ਦੀ ਪੁਣਛਾਣ ਕੀਤੀ ਜਾਵੇ ਤਾਂ ਇਹ ਤੱਥ ਬੁੱਝਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਕਿ ਮੁੱਢ ਤੋਂ ਹੀ ਉਸ ਦਾ ਕਰੂਰਾ ਖਾਲਸੇ ਦੀ ਮੁੱਖ ਧਾਰਾ ਨਾਲੋਂ ਬਹੁਤ ਹੀ ਅਲੱਗ ਤੇ ਅਵੱਲੜਾ ਸੀ। ਖਤਰਿਆਂ ਦੇ ਸਨਮੁਖ ਆਪਣੇ ਚਾਰੇ ਪੱਲੇ ਬੋਚ ਕੇ ਚੱਲਣ ਦੀ ਸਿੱਖਿਆ ਉਸ ਨੂੰ ਵਿਰਸੇ ਚੋਂ ਹੀ ਮਿਲੀ ਹੋਈ ਸੀ। ਕੋਈ ਵੀ ਬੇਲੋੜਾ ਖਤਰਾ ਮੁੱਲ ਨਾ ਲੈਣਾ, ਆਪਣੇ ਬਚਾਓ ਲਈ ਕੋਈ ਵੀ ਸਾਧਨ ਅਥਵਾ ਢੰਗ ਤਰੀਕਾ ਅਪਣਾਉਣ ਤੋਂ ਪਰਹੇਜ਼ ਨਾ ਕਰਨਾ, ਹਰ ਕੰਮ ਨੂੰ ਲਾਭ ਹਾਨ ਦੀ ਵਿਹਾਰਕ ਦ੍ਰਿਸ਼ਟੀ ਨਾਲ ਦੇਖਣਾ ਅਤੇ ਕਿਸੇ ਵੀ ਸਿਧਾਂਤ ਜਾਂ ਅਸੂਲ ਨੂੰ ਨਿੱਜੀ ਹਿੱਤਾਂ ਉੱਤੇ ਭਾਰੂ ਨਾ ਪੈਣ ਦੇਣਾ ਉਸਨੇ ਬਾਲਪੁਣੇ ਵਿੱਚ ਹੀ ਸਿੱਖ ਲਿਆ ਸੀ। ਖਾਲਸੇ ਦੀ ਮੁਗਲਾਂ ਨਾਲ ਟੱਕਰ ਦੇ ਮੁੱਖ ਯੁੱਧ ਖੇਤਰ ਤੋਂ ਦੂਰ ਮਾਲਵੇ ਦੀ ਇੱਕ ਗੁੱਠ ਅੰਦਰ ਆਪਣੀ ਸਲਤਨਤ ਕਾਇਮ ਕਰਨ ਅਤੇ ਇਸ ਦਾ ਲਗਾਤਾਰ ਵਿਸਤਾਰ ਕਰਨ ਵਿੱਚ ਉਸਨੇ ਆਪਣੀ ਇਸ ਵਿਹਾਰਕ ਸੂਝ-ਬੂਝ ਤੇ ਚਤੁਰਾਈ ਦਾ ਭਰਪੂਰ ਇਸਤੇਮਾਲ ਕੀਤਾ। ਉਸਨੇ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਦੀ ਨੀਤੀ ਦਾ ਪੂਰੀ ਪਕਿਆਈ ਨਾਲ ਪਾਲਣ ਕੀਤਾ। ਉਸਨੇ ਕਦੇ ਵੀ ਵੇਲੇ ਦੀ ਭਾਰੂ ਤਾਕਤ ਦੀ ਨਾਰਾਜ਼ਗੀ ਸਹੇੜਨ ਦਾ ਜੋਖਮ ਨਹੀਂ ਉਠਾਇਆ। ਇਸ ਦੇ ਉਲਟ ਜ਼ੋਰਾਵਰ ਤਾਕਤ ਨਾਲ ਦੋਸਤੀ ਗੰਢਣ ਅਤੇ ਇਸ ਦੋਸਤੀ ਨੂੰ ਆਪਣੀ ਸਵਾਰਥ ਪੂਰਤੀ ਲਈ ਵਰਤਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੱਤਾ। ਅਸਲ ਵਿੱਚ ਦੋਸਤੀ ਤੇ ਦੁਸ਼ਮਣੀ ਦੇ ਮਸਲੇ ਨੂੰ ਉਸਨੇ ਹਮੇਸ਼ਾ ਨਫੇ ਨੁਕਸਾਨ ਦੀ ਸ਼ੁੱਧ ਵਿਹਾਰਕ ਦ੍ਰਿਸ਼ਟੀ ਤੋਂ ਹੀ ਨਜਿੱਠਿਆ। ਇਸ ਮਾਮਲੇ 'ਚ ਉਸਨੇ ਕਿਸੇ ਅਸੂਲ ਜਾਂ ਸਦਾਚਾਰ ਨੂੰ ਹਮੇਸ਼ਾ ਕੋਹਾਂ ਦੂਰ ਰੱਖਿਆ। ਮਿਸਾਲ ਵਜੋਂ 1758 ਈਸਵੀ ਤੱਕ ਜਿੰਨਾ ਚਿਰ ਪੰਜਾਬ ਅੰਦਰ ਮੁਗਲ ਹਕੂਮਤ ਦਾ ਜ਼ੋਰ ਚੜ੍ਹਿਆ ਰਿਹਾ, ਉਨਾ ਚਿਰ ਬਾਬਾ ਆਲਾ ਸਿੰਘ ਨੇ ਮੁਗਲ ਹਕੂਮਤ ਨਾਲ ਨਾ ਸਿਰਫ ਪੰਗਾ ਲੈਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ, ਸਗੋਂ ਉਸਨੇ ਮੁਗਲ ਦਰਬਾਰ ਦੀ ਖੁਸ਼ਾਮਦ ਤੇ ਸ਼ਾਹੀ ਫੌਜਾਂ ਦੀ ਖਿਦਮਤ ਕਰਨ ਦਾ ਕੋਈ ਵੀ ਮੌਕਾ ਖਾਲੀ ਨਹੀਂ ਜਾਣ ਦਿੱਤਾ। ਪਰ ਜਿਉਂ ਹੀ ਮੁਗਲ ਹਕੂਮਤ ਦਾ ਤਪ ਤੇਜ਼ ਢਹਿਲਾਂ ਪੈਂਦਾ ਦੇਖਿਆ ਤਾਂ ਉਸਨੇ ਮੁਗਲਾਂ ਕੋਲੋਂ ਇਲਾਕੇ ਹਥਿਆਉਣ ਵਿੱਚ ਰਤੀ ਉਕਾਈ ਨਹੀਂ ਕੀਤੀ। ਪਾਣੀਪਤ ਦੀ ਲੜਾਈ ਜਨਵਰੀ 1761 ਈਸਵੀ ਵਿੱਚ ਉਸਨੇ ਮਰਹੱਟਿਆਂ ਨਾਲ ਦੋਸਤੀ ਚੋਂ ਵੀ ਖੂਬ ਹੱਥ ਰੰਗੇ। ਉਸਨੇ ਮਰਹੱਟਿਆਂ ਨੂੰ ਜੰਗ ਦੇ ਮੈਦਾਨ ਅੰਦਰ ਦੋਸਤੀ ਵਜੋਂ ਰਸਦ ਪਾਣੀ ਪਹੁੰਚਾਉਣ ਦੀ ਭਾਰੀ ਕੀਮਤ ਵਸੂਲ ਕੀਤੀ। ਇਸ ਬਦਲੇ ਅਫਗਾਨੀਆਂ ਕੋਲੋਂ ਪੁੱਜ ਕੇ ਬੇਪੱਤੀ ਵੀ ਕਰਵਾ ਲਈ ਅਤੇ ਫਿਰ ਅਹਿਮਦ ਸ਼ਾਹ ਅਬਦਾਲੀ ਦੇ ਹਜ਼ੂਰ ਪੇਸ਼ ਹੋ ਕੇ ਇਸ ਭੁੱਲ ਚੁੱਕ ਲਈ ਮੁਆਫੀ ਵੀ ਮੰਗ ਲਈ। ਲੋੜ ਪੈਣ ਤੇ ਖਾਲਸੇ ਦੀ ਮਦਦ ਲੈਣੀ ਉਸਨੂੰ ਕਦੇ ਨਹੀਂ ਭੁੱਲੀ, ਪਰੰਤੂ ਖਾਲਸੇ ਦੀ ਮਦਦ ਕਰਨ ਵੇਲੇ ਉਹ ਨਫਾ ਨੁਕਸਾਨ ਤੋਲਣ ਬੈਠ ਜਾਂਦਾ ਰਿਹਾ। ਅਸਲ ਵਿੱਚ ਦੋਸਤੀ ਬਾਰੇ ਉਸਦਾ ਆਪਣਾ ਹੀ ਇੱਕ ਅਲੱਗ ਨਜ਼ਰੀਆ ਸੀ। ਉਸਨੇ ਕਦੇ ਵੀ ਦੋਸਤ ਦੀ ਆਫਤ ਨੂੰ ਆਪਣੀ ਆਫਤ ਨਹੀਂ ਸੀ ਬਣਨ ਦਿੱਤਾ। ਉਦਾਹਰਨ ਲਈ, ਜਦ ਰਾਏ ਕੱਲਾ ਨੇ ਰਾਜਪੂਤ ਮੁਖੀਆਂ ਨੂੰ ਇਕੱਠਿਆਂ ਕਰਕੇ ਬਰਨਾਲੇ ਉੱਤੇ ਚੜ੍ਹਾਈ ਕਰ ਦਿੱਤੀ ਤਾਂ ਆਲਾ ਸਿੰਘ ਨੇ ਮਾਝੇ ਦੇ ਸਿੰਘਾਂ ਨੂੰ ਮਦਦ ਲਈ ਪੁਕਾਰਿਆ। ਉਸਦੇ ਇੱਕੋ ਬੋਲ ਤੇ ਸਿੰਘ ਵਾਹੋ ਦਾਹੀ ਬਰਨਾਲੇ ਪਹੁੰਚ ਗਏ ਤੇ ਆਲਾ ਸਿੰਘ ਤੇ ਉਸਦੀ ਰਿਆਸਤ ਨੂੰ ਰਾਜਪੂਤਾਂ ਦੀ ਜਾੜ ਹੇਠੋਂ ਬਚਾਇਆ। ਫਿਰ ਵੱਡੇ ਘੱਲੂਘਾਰੇ ਵਕਤ ਜਦੋਂ ਆਲਾ ਸਿੰਘ ਦੇ ਐਨ ਗੁਆਂਢ ਵਿੱਚ ਅਬਦਾਲੀ ਦੇ ਖੂਨੀ ਸ਼ਿਕੰਜੇ ਵਿੱਚ ਘਿਰੇ ਹੋਏ ਖਾਲਸੇ ਨੂੰ ਆਪਣੇ ਦੋਸਤ ਦੀ ਮਦਦ ਦੀ ਲੋੜ ਪਈ ਤਾਂ ਉਸਨੇ ਖਾਮ-ਖਾਹ ਦੀ ਬਲਾ ਗਲ ਪਾਉਣ ਤੋਂ ਪਾਸਾ ਵੱਟ ਲੈਣਾ ਹੀ ਗਨੀਮਤ ਸਮਝਿਆ।
ਕੁੱਪ ਰੋਹੀੜੇ ਤੋਂ ਅਬਦਾਲੀ ਦੇ ਮੌਤ ਸਿਕੰਜੇ ਚੋਂ ਜਿਉਂਦੇ ਬਚ ਕੇ ਨਿਕਲੇ ਸਿੰਘ ਲਹੂ ਸਿਮਦੇ ਜ਼ਖਮਾਂ ਨਾਲ ਇਸ ਉਮੀਦ ਨਾਲ ਬਰਨਾਲੇ ਦੀ ਤਰਫ ਨਿਕਲ ਗਏ ਸਨ ਕਿ ਉਹਨਾਂ ਦੀ ਮਦਦ ਤੇ ਕਿਰਪਾ ਸਦਕਾ 726 ਪਿੰਡਾਂ ਤੱਕ ਫੈਲੀ ਰਿਆਸਤ ਦਾ ਮਾਲਕ ਬਣ ਬੈਠਾ ਆਲਾ ਸਿੰਘ ਸੰਕਟ ਦੀ ਇਸ ਘੜੀ ਮੌਕੇ ਉਹਨਾਂ ਦੀ ਮਦਦ ਕਰਨ ਨੂੰ ਨਹੀਂ ਝਕੇਗਾ। परंतु आला सिंह किसी होर ही मिट्टी का बनिया होया सी। ਸਿੰਘਾਂ ਦੀ मदद करके अबदाली नाल दुश्मनी मुल खट्टन की बजाय उसने बरनाले तो चुप चपीते खिसक जाण विच ही भलाई समझी। असल विच देखा जाए तो बाबा आला सिंह दा यह स्वार्थी वतीरा निरापुरा निजीगत अर्थां विच उसदी मतलब परस्त ते मौका ताड़ू जिनस जात दी ही उपज नहीं सी। उसदे विहार नूं अहम रूप च प्रभावित करदा एक सिद्धांतक पक्ष भी सी। सच यह सी कि अमृतधारी होने के बावजूद उसने सिक्खी सिद्धांतां ते कदरां कीमतां नूं उस तरह नाल नहीं सी अपनाया जिवें कि उस जमाने के होरनां ਸਿੰਘਾਂ ने अपनाया होया सी। उन्हां दिनां विच अमृतधारी होने का मतलब गुरु नाल एक सच्चा अहद करना समझिया जांदा सी। जो खालसा सजदा सी ओह शुद्ध हिरदे नाल खालसे दे आदर्शां अते जीवन जाच नूं अपनाउंदा सी। उसदा इस कदर काया कल्प हो जाता सी कि अमृतपान करन तो बाद व्यक्ति का पुनर जन्म होया मन्निया जाता सी। ओह इन्हां 5 बंधनां तो मुक्त हो जाता सी। पुराने धर्मां तो, पहले कर्मां तो, जात कबीले ते नस्ल तो, पहले बंधनां ते रस्मां तो अते वहमां भरमां ते कर्मां कांडां तो। बाबा आला सिंह दे जीवन अमल चों अजिहे काया कल्प की कोई झलक नहीं मिलती। जिथे यह गल सही है कि बाबा बंदा सिंह की शहादत अते उस द्वारा उसारी गई सिख राजसी सत्ता के तहस नहस हो जाने तो बाद पंजाब अंदर सिखां द्वारा अपनी सत्ता कायम करन दी पहल फूलकियां नहीं की सी। उत्थे सच्चाई नूं अणगौलिया नहीं किया जा सकता कि सत्ता के सवाल प्रति फूलकियां दा नज़रिया शुरू तो ही खालसे नालों मूल रूप विच ही वखरा सी। उंज तां गुरु साहिबा द्वारा सिरजे सिद्धांतां ते उन्हां दे अमली कारनामिਆਂ चों ही सत्ता बारे खालसे की समझ ते पहुँच संबंधी भरपूर सेधा मिल जांदियां हन। पर बंदा सिंह बहादुर ने मुगलों की सत्ता नूं उखाड़ के खालसा राज का जो मुढ़ला नमूना ते खाका पेश किया सी उस चों राजसी सत्ता प्रति सिख दृष्टिकोण की मुकम्मल तस्वीर उघड़ आउंदी है। बाबा बंदा सिंह ने इस बारे उक्का ही कोई भुलेखा नहीं सी रहन दिता कि खालसे द्वारा राजसी सत्ता कायम करन दा मनोरथ धरती उत्ते कब्जे की लालसा पूरी करना नहीं। सत्ता खालसे लई धरती उत्ते अपने आदर्शां नूं साकार करन दा एक जरिया है। जित तो बाद बंदा सिंह बहादुर द्वारा ना सिर्फ हुक्मरानी ढांचे अंदर सगों नाल ही आर्थिक ते समाजी खेत्रां अंदर जो तब्दीलियां लिआंदियां गईयां ओह कोई मामूली किस्म दियां नहीं सन। ओह बहुत ही बुनियादी सन अते सिख धर्म के मूल मनोरथां के अनुकूल सन। सिख फलसफे विच अहम स्थान रखते मनुखी बराबरी ते भाईचारे दे समाजी मनोरथां नूं हासिल करन दा यह इतिहास अंदर किया गया एक बेनज़ीर उपराला सी। बाबा बंदा सिंह दे समकाली जां नेड़काली इतिहासकारां दे हवालिਆਂ तो यह तत्थ भली भांत उजागर हो जाता है कि जिते हुए इलाकिਆਂ अंदर उसने हकीकी अर्थां विच हेठली उत्ते लिया दित्ती सी। उसने समकाली जगीरू समाज अंदर उच्चे समझे जाते वर्गां रईसां ते धनाडां दी सारी चौधर रोड़ के रख दित्ती सी अते समाज दे सब नालों वध लताड़े ते गरीब लोकां नूं सत्ता दे मालक बना दित्ता सी। उसने हुक्मरानी दे पुराने ढंगां ते दस्तूरां दा फस्ता वढ़ दित्ता सी। जगीरदारी प्रथा दा खात्मा करके उन्हां दीयां ज़मीनां जायदादां नूं गरीब हलवाकां विच तकसीम कर दित्ता सी। एक गुमनाम मुसलमान लेखक ने 1784 विच लिखी एक रचना विच बंदा सिंह बहादुर के कारनामिਆਂ की चर्चा करदियां लिखिया कि सिखां ने असराफ मुसलमान अमीर वजीर अते फिरकाई सिपाही मनसबदार ते फौजदार सारिਆਂ ਨੂੰ तित्र बित्र कर दिता क्योंकि यह सारियां जमीनां दे मालक सन ते जालम सन। उन्हां दी थां सिखां ने किसानां ते कामियां अते कारीगरां नूं जमीनां दे के खुश कर दिता ते यों उन्हां दा सारा मुल्क आबाद कर दिता। इस दी तुलना विच बाबा आला सिंह ने खालसे की सरगर्म हमायत ते मदद दे नाल काफ़ी वड्डे खेतर अंदर अपना राज जरूर कायम कर लिया सी, पर उसने पुराने दस्तूरां नूं बदलण विच उक्का ही कोई दिलचस्पी ना दिखाई। उसने ना तां कोई आर्थिक जां समाजी बदलाव लिआंदा, ना हुक्मरानी दे ढांचे अंदर इनकलाबी सुधार लिआंदे। उसने मुल्क अंदर प्रचलित जगीरदारी प्रथा नूं छेड़िया तक ना। मुगलों द्वारा लागू
ਜਗੀਰਾਂ ਬਖਸ਼ਿਸ਼ਾਂ ਦੀ ਰੀਤ ਨੂੰ ਜਿਉਂ ਦੀ ਤਿਉਂ ਚਾਲੂ ਰੱਖਿਆ, ਜਿਸ ਸਦਕਾ ਸਮਾਜ ਅੰਦਰ ਆਰਥਿਕ ਤੇ ਸਮਾਜੀ ਊਚ ਨੀਚ ਉਸੇ ਤਰ੍ਹਾਂ ਕਾਇਮ ਰਹੀ। ਇਸ ਨਾਲ ਸਮਾਜ ਅੰਦਰ ਸਹਿਜੇ ਸਹਿਜੇ ਸਿੱਖ ਸਰਦਾਰਾਂ ਤੇ ਰਈਸਾਂ ਦੀ ਇੱਕ ਅਜਿਹੀ ਪਰਤ ਪੈਦਾ ਹੋ ਗਈ ਜਿਸ ਦੀ ਸਿੱਖ ਆਦਰਸ਼ਾਂ ਨਾਲ ਕੋਈ ਸਾਂਝ ਪ੍ਰੀਤ ਨਹੀਂ ਸੀ। ਪੈਦਾਇਸ਼ੀ ਤੌਰ ਤੇ ਸਿੱਖ ਪੰਥ ਦਾ ਅੰਗ ਹੋਣ ਦੇ ਬਾਵਜੂਦ ਉਹਨਾਂ ਦਾ ਆਚਾਰ ਵਿਹਾਰ ਗੈਰ ਸਿੱਖਾਂ ਵਾਲਾ ਸੀ, ਕਿਉਂਕਿ ਬਾਬਾ ਆਲਾ ਸਿੰਘ ਤੇ ਉਸ ਦੀ ਸੱਤਾ ਦੇ ਥੰਮ ਬਣੇ ਰਈਸ ਵਰਗ ਦੀ ਸਿੱਖੀ ਨਾਲ ਆਪਣੀ ਪ੍ਰੀਤ ਬਹੁਤੀ ਸ਼ੁੱਧ ਨਹੀਂ ਸੀ। ਇਸ ਕਰਕੇ ਸਮਾਜ ਅੰਦਰਲੇ ਹਿਰਸੀ ਤੇ ਮੌਕਾ ਪ੍ਰਸਤ ਤੱਤਾਂ ਲਈ ਸੱਤਾ ਦੀ ਖੱਟੀ ਖਾਣ ਦੀ ਲਾਲਸਾ ਨਾਲ ਸਿੱਖ ਪੰਥ ਅੰਦਰ ਘੁਸਪੈਠ ਕਰਨੀ ਬਹੁਤੀ ਔਖੀ ਨਾ ਰਹੀ। ਪਰ ਲਾਲਚ ਤੇ ਖੁਦ ਪ੍ਰਸਤੀ ਦਾ ਇਹ ਰਾਹ ਸਮਾਜ ਦੇ ਉਚੇਚੇ ਵਰਗਾਂ ਲਈ ਹੀ ਖੁੱਲ੍ਹਾ ਸੀ, ਕਿਉਂ ਜੋ ਊਚ ਨੀਚ ਦੇ ਮਨੂਵਾਦੀ ਦਸਤੂਰ ਨੇ, ਜਿਸ ਨੂੰ ਰੱਦਣ ਤੇ ਬਦਲਣ ਲਈ ਫੂਲਕਿਆਂ ਨੇ ਕਦੇ ਵੀ ਕੋਈ ਰੁਚੀ ਤੇ ਉਤਸ਼ਾਹ ਨਹੀਂ ਸੀ ਦਿਖਾਇਆ, ਸਮਾਜ ਦੇ ਕਮਜ਼ੋਰ ਤੇ ਲਤਾੜੇ ਵਰਗਾਂ ਲਈ ਉੱਪਰ ਵੱਲ ਵਧਣ ਦੇ ਸਾਰੇ ਰਾਹ ਬੰਦ ਕਰ ਰੱਖੇ ਹੋਏ ਸਨ, ਜਿਸ ਸਦਕਾ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਕਾਇਮ ਕੀਤੀ ਪੂਰਵ ਉਦਾਹਰਨ ਦੇ ਉਲਟ ਫੂਲਕਿਆਂ ਦੇ ਰਾਜ ਅੰਦਰ ਜਾਤ ਪਾਤੀ ਭੇਦ ਵਖਰੇਵੇ ਤੇ ਸਮਾਜੀ ਊਚ ਨੀਚ ਵਰਗੀਆਂ ਲਾਹਨਤਾਂ ਜਿਉਂ ਦੀ ਤਿਉਂ ਬਣੀਆਂ ਰਹੀਆਂ। ਦਲਿਤ ਜਾਂ ਕਮਜ਼ੋਰ ਵਰਗਾਂ 'ਚ ਉੱਠ ਕੇ ਕਿਸੇ ਗਰੀਬ ਸਿੱਖ ਦੇ ਰਈਸ ਬਣ ਜਾਣ ਦੀ ਕੋਈ ਵੀ ਉਦਾਹਰਣ ਸਾਹਮਣੇ ਨਹੀਂ ਆਈ। ਇਹ ਵਿਸ਼ੇਸ਼ ਅਧਿਕਾਰ ਸਿੱਖ ਸਮਾਜ ਅੰਦਰਲੇ ਕੁਝ ਖਾਸ ਤਬਕਿਆਂ, ਮੁੱਖ ਤੌਰ ਤੇ ਜੱਟਾਂ ਤੇ ਖੱਤਰੀਆਂ ਦੇ ਇੱਕ ਛੋਟੇ ਜਿਹੇ ਵਰਗ ਤੱਕ ਹੀ ਸੀਮਿਤ ਰਿਹਾ। ਇਸ ਨਾਲ ਸੁਭਾਵਿਕ ਤੌਰ ਤੇ ਹੀ ਸਿੱਖ ਪੰਥ ਅੰਦਰ ਭਾਈਚਾਰੇ ਦੀ ਸਪਿਰਿਟ ਨੁਕਸਾਨੀ ਗਈ। ਕੋਈ ਵਰਗ ਜਦੋਂ ਸਮਾਜ ਅੰਦਰ ਉਚੇਚਾ ਦਰਜਾ ਹਾਸਲ ਕਰ ਲੈਂਦਾ ਹੈ ਤੇ ਇਸ ਸਦਕਾ ਉਚੇਚੇ ਹੱਕ ਤੇ ਸੁੱਖ ਸਹੂਲਤਾਂ ਦਾ ਆਨੰਦ ਭੋਗਣ ਲੱਗ ਪੈਂਦਾ ਹੈ, ਤਾਂ ਉਸ ਅੰਦਰੋਂ ਸਹਿਜੇ ਸਹਿਜੇ ਕੌਮੀ ਭਾਈਚਾਰੇ ਦੀ ਸਪਿਰਿਟ ਦਮ ਤੋੜਨ ਲੱਗ ਪੈਂਦੀ ਹੈ। ਉਹ ਕੌਮੀ ਹਿੱਤਾਂ ਨਾਲੋਂ ਆਪਣੇ ਵਿਅਕਤੀਗਤ ਹਿੱਤਾਂ ਨੂੰ ਪ੍ਰਮੁੱਖਤਾ ਦੇਣ ਦੀ ਕਰੂਚੀ ਦਾ ਸ਼ਿਕਾਰ ਹੋ ਜਾਂਦਾ ਹੈ। ਅਸਲ ਵਿੱਚ ਕੌਮੀ ਹਿੱਤਾਂ ਬਾਰੇ ਉਸ ਦਾ ਦ੍ਰਿਸ਼ਟੀਕੋਣ ਹੀ ਬਦਲ ਜਾਂਦਾ ਹੈ। ਉਹ ਕੌਮੀ ਹਿੱਤਾਂ ਨੂੰ ਜ਼ਿਆਦਾ ਕਰਕੇ ਆਪਣੇ ਹੀ ਵਰਗ ਹਿੱਤਾਂ ਦੀ ਦ੍ਰਿਸ਼ਟੀ ਤੋਂ ਦੇਖਣ ਲੱਗ ਪੈਂਦਾ ਹੈ, ਅਰਥਾਤ ਉਸ ਨੂੰ ਆਪਣੇ ਹੀ ਹਿੱਤਾਂ 'ਚੋਂ ਕੌਮ ਦੇ ਹਿੱਤਾਂ ਦਾ ਝੋਲਾ ਪੈਣ ਲੱਗ ਜਾਂਦਾ ਹੈ। ਸਵਾਰਥ ਤੇ ਖੁਦਪ੍ਰਸਤੀ ਦਾ ਇਹ ਰੋਗ ਜਦ ਇਸ ਪੜਾਅ ਤੇ ਪਹੁੰਚ ਜਾਂਦਾ ਹੈ ਤਾਂ ਇਸ ਨਾਲ ਸੰਬੰਧਿਤ ਭਾਈਚਾਰੇ ਅੰਦਰ ਕੌਮੀ ਬੇਵਫਾਈ ਤੇ ਗੱਦਾਰੀ ਵਰਗੇ ਨਿਸ਼ੇਧ ਰੁਝਾਨਾਂ ਦੇ ਪਲਰਨ ਫੈਲਰਨ ਦੀਆਂ ਮੁਆਫਕ ਹਾਲਤਾਂ ਪੈਦਾ ਹੋ ਜਾਂਦੀਆਂ ਹਨ। ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ 18ਵੀਂ ਸਦੀ ਦੀ ਤੀਸਰੀ ਚੌਥਾਈ ਵਿੱਚ ਜਾ ਕੇ ਸਿੱਖ ਪੰਥ ਅੰਦਰ ਇਹਨਾਂ ਨਿਗਾਰਮੁਖੀ ਰੁਝਾਨਾਂ ਦੇ ਜ਼ੋਰ ਫੜ ਜਾਣ ਦੇ ਤਕੜੇ ਇਮਕਾਨ ਪੈਦਾ ਹੋ ਗਏ ਸਨ। ਸਿੱਖ ਪੰਥ ਅੰਦਰ ਨਿਖਰਵੇਂ ਰੂਪ ਵਿੱਚ ਇੱਕ ਅਜਿਹਾ ਵਰਗ ਪੈਦਾ ਹੋ ਚੁੱਕਾ ਸੀ ਜੋ ਆਪਣੇ ਆਪ ਨੂੰ ਆਮ ਸਿੱਖਾਂ ਨਾਲੋਂ ਵੱਖਰਾ ਤੇ ਉੱਤਮ ਸਮਝਣ ਲੱਗ ਪਿਆ ਸੀ ਅਤੇ ਜੋ ਮਨਾਂ ਅੰਦਰ ਆਪਣੇ ਰੁਤਬੇ ਦਾ ਵਧਵਾਂ ਮਾਣ ਤੇ ਘਮੰਡ ਪਾਲਣ ਲੱਗ ਪਿਆ ਸੀ। ਇਹ ਦੱਸਣ ਦੀ ਲੋੜ ਨਹੀਂ ਕਿ ਅਜਿਹੀ ਸੋਚ ਤੇ ਰਵੱਈਆ ਸਿੱਖ ਸਿਧਾਂਤਾਂ ਦਾ ਵੱਡਵਾਂ ਦੋਖੀ ਹੈ। ਇਹ ਆਪਸ ਕੋ ਜੋ ਜਾਣੇ ਨੀਚਾ ਸੌ ਗਣੀਏ ਸਭ ਤੇ ਉੱਚਾ ਦੇ ਗੁਰ ਉਪਦੇਸ਼ ਦਾ ਖੁੱਲ੍ਹਮ ਖੁੱਲ੍ਹਾ ਨਿਖੇਧ ਹੈ। ਰੁਤਬੇ ਦਾ ਘਮੰਡ ਬਰਾਬਰੀ ਤੇ ਭਾਈਚਾਰੇ ਦੀ ਭਾਵਨਾ ਦਾ ਅਵਲ ਦੁਸ਼ਮਣ ਹੈ। ਹੰਕਾਰ ਭਾਵ ਨਾਲ ਗ੍ਰਸੇ ਮਨ ਅੰਦਰ ਭਾਈਚਾਰੇ ਦਾ ਸੁੱਚਾ ਜਜ਼ਬਾ ਪ੍ਰਫੁੱਲਤ ਨਹੀਂ ਹੋ ਸਕਦਾ। ਇਸ ਕਰਕੇ ਹੀ ਸਿੱਖ ਧਰਮ ਵਿੱਚ ਹਉਮੈ ਨੂੰ ਇਨਸਾਨੀ ਫਿਤਰਤ ਦੀ ਸਭ ਨਾਲੋਂ ਵੱਡੀ ਕਮਜ਼ੋਰੀ ਮੰਨਿਆ ਗਿਆ ਹੈ ਅਤੇ ਇਸ ਤੋਂ ਸੁਰਖਰੂ ਹੋਣ ਦੀ ਲੋੜ ਤੇ ਮਹੱਤਤਾ ਉੱਤੇ ਉਚੇਚਾ ਜ਼ੋਰ ਦਿੱਤਾ ਗਿਆ ਹੈ। ਹਉਮੈ ਤੇ ਖੁਦਪ੍ਰਸਤੀ ਦਾ ਆਪਸ ਵਿੱਚ ਬਹੁਤ ਹੀ ਗੂੜਾ ਸਾਖ ਹੈ। ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਇਸ ਕਰਕੇ ਸਿੱਖ ਸਿਧਾਂਤ ਹਉਮੈ ਨੂੰ ਅਮੂਰਤ ਰੂਪ ਵਿੱਚ ਨਿੰਦਣ ਤੱਕ ਹੀ ਸੀਮਤ ਨਹੀਂ ਰਹਿੰਦਾ, ਸਗੋਂ ਇਸ ਦੇ ਸਮਾਜੀ ਤੇ ਸੰਸਥਾਈ ਰੂਪਾਂ ਨੂੰ ਹਮਲੇ ਦੀ ਮਾਰ ਹੇਠ ਲਿਆਉਂਦਾ ਹੈ, ਜਦਕਿ ਸਨਾਤਨੀ ਧਰਮ ਤੇ ਪਰੰਪਰਾ ਨੇ ਅਜਿਹਾ ਕਰਨ ਤੋਂ ਸਾਫ਼ ਤੌਰ ਤੇ ਕੰਨੀ ਕਤਰਾਈ ਹੈ। ਇਸ ਪ੍ਰਸੰਗ ਵਿੱਚ ਸਰਦਾਰ ਜਗਜੀਤ ਸਿੰਘ ਹੋਰਾਂ ਦਾ ਇਹ ਨਿਰਣਾ ਕਿ ਹਉਮੈ ਨੂੰ ਖਤਮ ਕਰਨਾ ਸਿੱਖ ਮੱਤ ਦਾ ਧਾਰਮਿਕ ਆਦਰਸ਼ ਹੀ ਨਹੀਂ ਸਗੋਂ ਸਮਾਜੀ ਆਦਰਸ਼ ਵੀ ਹੈ, ਗਹਿਰੇ ਭਾਵ ਰੱਖਦਾ ਹੈ। ਇਸ ਦਾ ਖੁਲਾਸਾ ਕਰਦੇ ਹੋਏ ਉਹ ਲਿਖਦੇ ਹਨ ਕਿ ਸਿੱਖ ਲਹਿਰ ਦਾ ਮੁਹਾਨ ਦੋ ਰੁਖੀ ਸੀ। ਇੱਕ ਪਾਸੇ ਇਸ ਦਾ ਰੁਖ ਇਨਸਾਨ ਨੂੰ ਨਿੱਜ ਪ੍ਰਸਤੀ ਤੋਂ ਉਤਾਰ ਚੁੱਕ ਕੇ ਆਦਰਸ਼ਕ ਇਨਸਾਨ ਬਣਾਉਣ ਵੱਲ ਸੀ ਅਤੇ ਦੂਜੇ ਪਾਸੇ ਉਸ ਸਮਾਜੀ ਤੇ ਰਾਜਸੀ ਮਾਹੌਲ ਨੂੰ ਬਦਲਣ ਵੱਲ ਸੀ ਜੋ ਇਨਸਾਨ ਦੀ ਆਦਰਸ਼ਕ ਤਰੱਕੀ ਵਿੱਚ ਰੁਕਾਵਟ ਬਣ ਰਿਹਾ ਸੀ। ਪੂਰਨ ਸਿੱਖ ਦਾ ਦਰਜਾ ਹਾਸਲ ਕਰਨ ਲਈ ਦੋਨੋਂ ਗੱਲਾਂ ਜ਼ਰੂਰੀ ਸਨ। ਇੱਕ ਇਹ ਕਿ ਉਹ ਉੱਚੇ ਤੋਂ ਉੱਚਾ ਇਖਲਾਕੀ ਮਿਆਰ ਵੀ ਕਾਇਮ ਕਰੇ, ਦੂਜਾ ਖਾਲਸੇ ਦੇ ਸਮਾਜੀ ਸਿਆਸੀ ਮੰਤਵਾਂ ਨੂੰ ਵੀ ਵਫਾਦਾਰੀ ਨਾਲ ਨਿਭਾਏ। ਇਹ ਜਾਣਨ ਲਈ ਬਹੁਤੀ ਤੀਖਣ ਬੁੱਧੀ ਦੀ ਲੋੜ ਨਹੀਂ ਕਿ ਬਾਬਾ ਆਲਾ ਸਿੰਘ ਨੇ ਇਹਨਾਂ ਦੋਵਾਂ ਉਦੇਸ਼ਾਂ ਨਾਲ ਕੋਈ ਸਾਂਝ ਨਹੀਂ ਸੀ ਪਾਲੀ। ਉਸ ਦੇ ਕੋਰੇ ਵਿਹਾਰਕ ਨਜ਼ਰੀਏ ਅੰਦਰ ਉੱਚੇ ਇਖਲਾਕੀ ਮਿਆਰ ਲਈ ਕੋਈ ਜਗ੍ਹਾ ਨਹੀਂ ਸੀ। ਹਰ ਗੱਲ ਨਫੇ ਨੁਕਸਾਨ ਦੀ ਵਿਹਾਰਕ ਦ੍ਰਿਸ਼ਟੀ ਤੋਂ ਨਾਪੀ ਤੋਲੀ ਜਾਂਦੀ ਸੀ।
उसदे बेअसूलेपण ते मौका प्रस्ती का सिरा यह सी कि उसने चिट्ठी पत्र करन लई 2 अलग-अलग किस्म दीयां मोहरां रखियां होईयां सन। दिल्ली दे मुसलमान हाकमां लई ओह जिहड़ी मोहर दी वरतों करदा सी उस उत्ते सुल्तान सहाय आला लिखिया हुंदा सी। मुसलमान हाकमां नाल वरतन वेले ओह अपने नाम दे पिछे सिंह दा पिछेतर लाउण तों भी कन्नी कतरा जांदा सी, पर खालसे नाल चिट्ठी पत्र करन लई उसने होर मोहर रखी हुई सी जिस उत्ते अकाल सहाय आला सिंह उकरिया होया सी। उस वेले सारे सिंह अपने आप नूं सरदार अखवाउंदे सन, पर आला सिंह ने जीवन भर अपने आप नूं चौधरी ही अखवाया, सरदार नहीं। कारण यह कि उस समय चौधरी तो भाव सरकारी हाकमां दा अनुसारी अते सरदार तो भाव सरकारी हाकमां दा विरोधी लिया जांदा सी। अपने आप नूं ਸਿੰਘਾਂ नालों वखरा दर्शाउणा आला सिंह दा सिर्फ दा पेचक पैंतड़ा नहीं सी, उसदी मूल सोच ते विचारधारा ही खालसे नालों वखरी सी। खालसे दे उच्चे दर्जे दे समाजी अते सियासी मंतव उसके सुभाਅ ते हितां दे अनुकूल नहीं सन। उसका सोच ते अमल दी पद्धर ते अपने समकाली गैर सिख जगीरू तत्तां भाव चौधरियां नवाबां ते मलकां नालों कोई बुनियादी अंतर नहीं सी। ਉਹ ਖਾਲਸੇ ਦੀ ਮੁੱਖ ਧਾਰਾ ਨਾਲੋਂ ਨਿਸ਼ਚਿਤ रूप ਵਿੱਚ ਵੱਖਰਾ ਅਤੇ ਕਈ ਮੌਕਿਆਂ ਤੇ ਇਸ ਦੇ ਨਾਲ ਟਕਰਾਵਾਂ ਵਹਿਣ अपना के ਚੱਲ ਰਿਹਾ ਸੀ। जिन्ना चिर खालसे की मुख धारा सतगुरु के आदर्शा नाल वफा पाल के चलती रही, उन्ना चिर उसने बाबा आला सिंह प्रति बराबर करड़ी नुकता चीन पहुँच अपनाई रखी। उसका जो करम ते पैंतड़ा फौरी प्रसंग अंदर खालसे के संघर्ष ते गौरव नूं ढा लाउण दा कारण बनदा दिखिया। खालसे ने उसका फौरी तिखा नोटिस लिया। पानीपत की लड़ाई तो बाद अब्दाली के क्रोध नूं शांत करन दी भावना नाल आला सिंह द्वारा दुरानी नूं 4 लाख रुपए का जुर्माना तारन अते बेगैरतियां वांगू उसकी अधीनगी कबूल कर लैण दी गुस्ताख कार्रवाई ने खालसे अंदर बेहद तिखा रोस पैदा कर दिता सी। उस वेले सरदार जस्सा सिंह आलूवालिया ने आला सिंह नूं भारी डन ला के अते उस कोलों तकड़ा जुर्माना वसूल करके खालसे दे रोह नूं बड़ी मुश्किल नाल शांत कीता सी। फिर जद उसने दूजी वेरा दरबार साहिब की बेअदबी करके 1765 ईस्वी सरहंद पहुंचे अहमद शाह अब्दाली के दरबार विच हाज़र होकर उसका गर्मजोशी नाल स्वागत करन अते उस कोलों सिंघां खिलाफ निंदिया चुगली करके सरहंद की गवर्नरी की बख्शिश कबूल कर लैण दा पंथ धरोही कारा कर मारिया तां खालसे दे बर्दाश्त की हद टुट गई सी। सरदार हरी सिंह भंगी ने बाबा आला सिंह के खिलाफ सिद्धियां तेगां सूत लईआं सन, जिस विच हरी सिंह भंगी की जान चली गई सी, पर सरदार जस्सा सिंह आलूवालिया ने दखल दे के खालसे नूं इस भरा मारू जंग तो वर्ज दिता सी। अपने जरनैल की इस बजुर्गाना नसीहत उत्ते अमल करन लई जुझार खालसे नूं पता नहीं किन्नी मानसिक वेदना चों गुजरना पिया होवेगा, क्योंकि आला सिंह द्वारा अहमद शाह अब्दाली नाल दोस्ती गंढण दा यह अनाचार उस वेले किया गया सी जदों वह दरबार साहिब नूं बारूद नाल उड़ा देण दा महापाप कर चुका होया सी अते कुप रोहीड़े दे मैदानां अंदर इक्को दिन विच ही खालसे दे बच्चे बच्चियां ते ਸਿੰਘਣੀਆਂ दे समेत 20,000 तो वध सिखां दे खून नाल अपने हथ रंग चुका होया सी। सदाचार दे आम दस्तूर मुताबक आला सिंह दा यह अपराध बख्शण लायक नहीं सी, पर उस वेले खालसा पंथ नूं बहुत ही कुरखत हालतां दा सामना करना पै रहा सी। मुगलों ते अफगानियां नाल सख्त जान लड़ाई लड़ रहे खालसे नूं किसी दोस्ताना जां नीम दोस्ताना धरती की भारी जरूरत सी। आला सिंह दे हद दर्जे दे स्वार्थी ते बेप्रतीते किरदार दे बावजूद उसकी बरनाला रियासत खालसे लई तकड़ी युद्ध नीतक अहमियत रखती सी। ਉਹ इसका गाहे बगाहे सुरक्षित पिछवाड़े के रूप में सीमित लाहा लै लेंदे सन। अत दर्जे की मुश्किल वेले जुझार खालसा अपने टब्बरां ते जख्मी ਸਿੰਘਾਂ नूं बरनाला रियासत के सुरक्षित खेतर अंदर भेज दिंदा सी। इस तरह अपनियां सबना खुनामियां के बावजूद बाबा आला सिंह कई वेर ਸਿੰਘਾਂ लई उपयोगी साबित हो जाता सी। ਉਹ ਉਹਨਾਂ ਦੇ कई सवारे सवार दिंदा सी, पर इस दे बदले विच ਉਹ खालसा पंथ कोलों सिद्धांतक छोटां ते मेहरबानियां दी तकड़ी चुंग वसूल लैंदा सी। उसदे असूल विहूणे ते स्वार्थ मुखी अमलां नूं सहन करना खालसे दी मजबूरी बनी हुई सी। इस मजबूरी ने लम्मे दां तों सिख संघर्ष अंदर एक वड्डी सिद्धांतक बज पा दित्ती। खरबूजे नूं देख के खरबूजे दे रंग फड़ जाण वाली लोक कहावत की तरह ही बाबा आला सिंह दे सिद्धांत विहूणे ते स्वार्थ मुखी अमलों वाल देख के खालसे दे कुछ वर्गां ने भी इस लाग दा बराबर मात्रा विच असर कबूलना शुरू कर दिता।
ਖਾਲਸਾ ਪੰਥ ਅੰਦਰ ਬਾਬਾ ਆਲਾ ਸਿੰਘ ਦੇ ਖੁਦ ਪ੍ਰਸਤ ਵਤੀਰੇ ਨੂੰ ਸਹਿਣ ਕਰਨ ਨਾਲੋਂ ਵੱਧ ਕੇ ਪਸੰਦ ਕਰਨ ਦਾ ਦਸਤੂਰ ਪ੍ਰਚਲਿਤ ਹੋ ਗਿਆ। ਅਸਲ ਵਿੱਚ ਉਦੋਂ ਤੱਕ ਖਾਲਸੇ ਦੀ ਚੇਤਨਾ ਨੂੰ ਵਿਪਰ ਸੰਸਕਾਰ ਦਾ ਘੁਣ ਲੱਗ ਚੁੱਕਾ ਸੀ। ਉਸ ਅੰਦਰ ਸਿੱਖ ਆਦਰਸ਼ਾਂ ਦੀ ਧੂ ਬੇਹੱਦ ਕਮਜ਼ੋਰ ਪੈ ਗਈ ਸੀ। ਆਲਾ ਸਿੰਘ ਦੇ ਕਾਫੀ ਸਾਰੇ ਔਗਣ ਖਾਲਸੇ ਨੇ ਖੁਦ ਗ੍ਰਹਿਣ ਕਰ ਲਏ ਸਨ। ਹੌਲੀ ਹੌਲੀ ਖਾਲਸਾ ਪੰਥ ਅੰਦਰ ਆਲਾ ਸਿੰਘ ਪ੍ਰਤੀ ਤਿਰਸਕਾਰ ਦੀ ਜਗ੍ਹਾ ਪ੍ਰਸ਼ੰਸਾ ਦਾ ਭਾਵ ਪੈਦਾ ਹੋਣਾ ਸ਼ੁਰੂ ਹੋ ਗਿਆ। ਉਸ ਦੀ ਮੋਕਾਸ਼ ਨਾਸੀ ਨੂੰ ਦੂਰ ਅੰਦੇਸ਼ੀ ਕਹਿ ਕੇ ਸਲਾਹਿਆ ਜਾਣ ਲੱਗ ਪਿਆ। ਉਸ ਵੱਲੋਂ ਸਿਧਾਂਤਾਂ ਤੇ ਆਦਰਸ਼ਾਂ ਨਾਲੋਂ ਦੁਨੀਆਦਾਰੀ ਸਵਾਰਥਾਂ ਨੂੰ ਪਹਿਲ ਦੇਣੀ ਦੁਨਿਆਵੀ ਸਿਆਣਪ ਦੀ ਨਿਸ਼ਾਨੀ ਗਿਣੀ ਜਾਣ ਲੱਗ ਪਈ। ਕਰਮ ਸਿੰਘ ਹਿਸਟੋਰੀਅਨ ਦੁਆਰਾ ਲਿਖਿਆ ਗਿਆ ਬਾਬਾ ਆਲਾ ਸਿੰਘ ਦਾ ਜੀਵਨ ਬਿਰਤਾਂਤ ਇਸ ਨਜ਼ਰੀਏ ਦੀ ਸ਼ੁੱਧ ਵੰਨਗੀ ਪੇਸ਼ ਕਰਦਾ ਹੈ। ਲੇਖਕ ਆਲਾ ਸਿੰਘ ਦੇ ਅਸ਼ਲੀਲ ਔਗੁਣਾਂ ਨੂੰ ਗੁਣਾਂ ਦਾ ਦਰਜਾ ਦਿੰਦਾ ਹੋਇਆ ਲਿਖਦਾ ਹੈ ਕਿ ਆਪ ਦੀ ਦੂਰ ਅੰਦੇਸ਼ੀ ਦੀ ਇੱਕ ਛੋਟੀ ਜਿਹੀ ਗੱਲ ਹੈ ਕਿ ਆਪ ਨੇ ਕਿਸੇ ਤਾਕਤ ਨਾਲ ਕਦੇ ਨਾ ਵਿਗਾੜੀ। ਦਿੱਲੀ ਵਾਲਿਆਂ ਨੂੰ ਆਪ ਪਾਤਸ਼ਾਹ ਹੀ ਮੰਨਦੇ ਰਹੇ। ਅਬਦਾਲੀ ਤੇ ਮਰਹੱਟਿਆਂ ਨੂੰ ਵੀ ਆਪ ਨੇ ਹਾਕਮ ਹੀ ਮੰਨਿਆ ਅਤੇ ਇਹਨਾਂ ਦੇ ਉਲਟ ਕਦੇ ਤਲਵਾਰ ਨਾ ਚੁੱਕੀ। ਖਾਲਸਾ ਦਲ ਦੇ ਆਪ ਸਦਾ ਹੀ ਸਨੇਹੀ ਰਹੇ ਅਤੇ ਆਪਣੀ ਅਕਲ ਨਾਲ ਖਾਲਸਾ ਜੀ ਪਾਸੋਂ ਵੱਡੇ ਵੱਡੇ ਕੰਮ ਲਏ। ਇਹ ਆਪ ਦੀ ਹੀ ਚਤੁਰਾਈ ਸੀ ਕਿ ਆਪੋ ਵਿੱਚ ਅੱਗ ਬਾਰੂਦ ਵਾਲਾ ਵੈਰ ਰੱਖਣ ਵਾਲੀਆਂ ਦੋਹਾਂ ਧਿਰਾਂ ਨਾਲ ਆਪ ਦਾ ਪੂਰਾ ਰਸੂਖ ਰਿਹਾ। ਸਿੰਘਾਂ ਨਾਲ ਆਪ ਦਾ ਪਿਆਰ ਸੀ ਤੇ ਹਾਕਮਾਂ ਨਾਲ ਆਪ ਦੀ ਮੈਤਰੀ ਸੀ। ਅਜੋਕੇ ਸਮੇਂ ਦੇ ਸਿੱਖ ਇਤਿਹਾਸਕਾਰਾਂ ਤੇ ਵਿਦਵਾਨਾਂ ਨੇ ਵੀ ਆਲਾ ਸਿੰਘ ਦਾ ਆਮ ਕਰਕੇ ਇਸੇ ਹੀ ਸੁਰ ਵਿੱਚ ਉਸਤਤ ਗਾਣ ਕੀਤਾ ਹੈ। ਸਿੱਖ ਇਤਿਹਾਸ ਦੇ ਪ੍ਰਸਿੱਧ ਅਧਿਆਪਕ ਸਰਦਾਰ ਕਿਰਪਾਲ ਸਿੰਘ ਨੇ ਆਲਾ ਸਿੰਘ ਦੇ ਜੀਵਨ ਬਾਰੇ 1954 ਵਿੱਚ ਲਿਖੀ ਕਿਤਾਬ ਵਿੱਚ ਉਸ ਦੀਆਂ ਖੂਬੀਆਂ ਦਾ ਵਰਣਨ ਇੰਜ ਕੀਤਾ ਹੈ। ਮਹਾਰਾਜਾ ਆਲਾ ਸਿੰਘ ਆਪਣੇ ਜ਼ਮਾਨੇ ਦੇ ਸਭ ਨਾਲੋਂ ਉੱਚੇ ਦਰਜੇ ਦੇ ਸਿੱਖ ਨੀਤੀਵਾਨ ਸਨ। ਉਸ ਨੇ 3 ਵਿਰੋਧੀ ਤਾਕਤਾਂ ਮਰਾਠਿਆਂ, ਮੁਗਲਾਂ ਅਤੇ ਦੁਰਾਨੀਆਂ ਅਬਦਾਲੀ ਨਾਲ ਆਪਣੇ ਗੱਠਜੋੜਾਂ ਦਾ ਅਜਿਹਾ ਸੰਤੁਲਨ ਕਾਇਮ ਕੀਤਾ ਕਿ ਇਸ ਨਾਲ ਉਸ ਦੀ ਤਾਕਤ ਤੇ ਸ਼ੋਭਾ ਵਿੱਚ ਵੱਡਾ ਇਜ਼ਾਫਾ ਹੋਇਆ। ਉਹ ਉਹਨਾਂ ਮੁੱਢਲੇ ਸਿੱਖਾਂ ਵਿੱਚੋਂ ਇੱਕ ਸੀ ਜਿਸ ਨੇ ਸਿੱਖੀ ਦੇ ਸਿਧਾਂਤਾਂ ਨੂੰ ਠੀਕ ਢੰਗ ਨਾਲ ਸਮਝਿਆ ਅਤੇ ਇਹਨਾਂ ਨੂੰ ਵਿਵੇਕਪੂਰਨ ਤਰੀਕੇ ਨਾਲ ਆਪਣੇ ਜੀਵਨ ਅੰਦਰ ਢਾਲਿਆ। ਉਸ ਦਾ ਕਿਤਾਬੀ ਇਲਮ ਬਹੁਤਾ ਨਹੀਂ ਸੀ, ਪਰ ਮੁਗਲ ਬਾਦਸ਼ਾਹ ਅਕਬਰ ਦੀ ਤਰ੍ਹਾਂ ਉਹ ਤਿੱਖੀ ਰਾਜਨੀਤਿਕ ਸੂਝ, ਸਥਿਰ ਬੁੱਧੀ ਅਤੇ ਨਿਖਰਵੀਂ ਦ੍ਰਿਸ਼ਟੀ ਰੱਖਦਾ ਸੀ। ਮਰਾਠਿਆਂ ਨਾਲ ਮਿੱਤਰਤਾਈ ਨੇ ਉਸ ਦੇ ਖੇਤਰ ਨੂੰ ਉਹਨਾਂ ਦੀ ਮਾਰ ਧਾੜ ਤੋਂ ਸੁਰਖਰੂ ਰੱਖਿਆ। ਆਰਜ਼ੀ ਤੌਰ ਤੇ ਅਬਦਾਲੀ ਦੀ ਈਨ ਮੰਨ ਲੈਣ ਨਾਲ ਉਸ ਦੇ ਖੇਤਰ ਅਤੇ ਪਰਜਾ ਦੀ ਦੁਰਾਨੀਆਂ ਦੀ ਲੁੱਟ ਮਾਰ ਤੋਂ ਬਚਤ ਹੋ ਗਈ ਅਤੇ ਦਲ ਖਾਲਸਾ ਨਾਲ ਉਸ ਦੇ ਗੂੜੇ ਤੇ ਨਿੱਘੇ ਸਬੰਧਾਂ ਦੀ ਬਦੌਲਤ ਉਸ ਦੀ ਪਰਜਾ ਖਾਲਸੇ ਦੀਆਂ ਜਬਰੀ ਉਗਰਾਈਆਂ ਤੋਂ ਬਚੀ ਰਹੀ। ਉਪਰੋਕਤ ਕਿਤਾਬ ਦੀ ਭੂਮਿਕਾ ਵਿੱਚ ਭਾਈ ਵੀਰ ਸਿੰਘ ਨੇ ਬਾਬਾ ਆਲਾ ਸਿੰਘ ਬਾਰੇ ਲੇਖਕ ਦੇ ਦ੍ਰਿਸ਼ਟੀਕੋਣ ਨਾਲ ਪੂਰੀ ਸਹਿਮਤੀ ਪ੍ਰਗਟਾਉਂਦੇ ਹੋਏ ਆਲਾ ਸਿੰਘ ਦੀ ਪ੍ਰਬੰਧਕੀ ਯੋਗਤਾ ਅਤੇ ਸਿੱਖੀ ਦੇ ਉੱਚੇ ਆਦਰਸ਼ਾਂ ਨਾਲ ਉਸ ਦੀ ਮੁਹੱਬਤ ਦੀ ਉਚੇਚੀ ਪ੍ਰਸ਼ੰਸਾ ਕੀਤੀ ਹੈ। ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਦੇ ਉਕਤ ਕਥਨਾਂ ਚੋਂ ਨਾ ਸਿਰਫ ਬਾਬਾ ਆਲਾ ਸਿੰਘ ਦੇ ਬੇਅਸੂਲੇਪਣ ਦੀ ਅਸ਼ਲੀਲ ਤਸਵੀਰ ਖੁਦ ਬਖੁਦ ਪ੍ਰਗਟ ਹੋ ਜਾਂਦੀ ਹੈ, ਨਾਲ ਹੀ ਇਹਨਾਂ ਵਿਦਵਾਨਾਂ ਦੇ ਦ੍ਰਿਸ਼ਟੀਕੋਣ ਅੰਦਰਲੀ ਕਸਰ ਅਥਵਾ ਕਮਜ਼ੋਰੀ ਵੀ ਸਾਫ਼ ਉਘੜ ਆਉਂਦੀ ਹੈ। ਸਿੱਖ ਸਿਧਾਂਤਾਂ ਤੇ ਆਦਰਸ਼ਾਂ ਨੂੰ ਸਨਮੁਖ ਰੱਖ ਕੇ ਹੀ ਬਾਬਾ ਆਲਾ ਸਿੰਘ ਦੀਆਂ ਕਾਰਵਾਈਆਂ ਤੇ ਨੀਤੀਆਂ ਦਾ ਸਹੀ ਮੁਲਾਂਕਣ ਹੋ ਸਕਦਾ ਹੈ। ਜਿਵੇਂ ਕਿ ਦਰਸਾਇਆ ਜਾ ਚੁੱਕਾ ਹੈ, ਆਲਾ ਸਿੰਘ ਦੇ ਸਾਰੇ ਅਮਲਾਂ ਤੇ ਰਿਸ਼ਤਿਆਂ ਦੀ ਬੁਨਿਆਦ ਦੁਨਿਆਵੀ ਸੁਆਰਥ ਸੀ। ਅਸੂਲਾਂ ਤੇ ਆਦਰਸ਼ਾਂ ਦੇ ਬੰਧਨਾਂ ਤੋਂ ਮੁਕਤ ਵਿਅਕਤੀ ਲਈ ਵਿਹਾਰ, ਚਤੁਰਾਈ, ਡਿਪਲੋਮੇਸੀ ਦੀਆਂ ਗੁੰਜਾਇਸ਼ਾਂ ਅਸੀਮ ਹੁੰਦੀਆਂ ਹਨ। ਉਹ ਇੱਕੋ ਮੌਕੇ ਸ਼ਿਕਾਰ ਤੇ ਸ਼ਿਕਾਰੀ ਦੋਵਾਂ ਨਾਲ ਦੋਸਤੀ ਪਾਲ ਸਕਦਾ ਹੈ। ਸਿਧਾਂਤਾਂ ਨੂੰ ਪਰਨਾਏ ਵਿਅਕਤੀਆਂ ਨਾਲ ਅਜਿਹੀ ਖੁੱਲ੍ਹ ਖੇਡਣੀ ਮੁਸ਼ਕਲ ਹੋ ਜਾਂਦੀ ਹੈ। ਉਹਨਾਂ ਨੂੰ ਆਪਣਾ ਹਰ ਕਰਮ ਤੇ ਨੀਤੀ ਪੈਂਤੜਾ ਆਪਣੇ ਅਸੂਲਾਂ ਤੇ ਆਦਰਸ਼ਾਂ ਨੂੰ ਮੁੱਖ ਰੱਖ ਕੇ ਨਿਰਧਾਰਤ ਕਰਨਾ ਪੈਂਦਾ ਹੈ। ਇਸ ਵਜ੍ਹਾ ਕਰਕੇ ਖਾਲਸਾ ਆਲਾ ਸਿੰਘ ਵਾਲੀਆਂ ਚਤੁਰਾਈਆਂ ਕਰਨ ਲਈ ਆਜ਼ਾਦ ਨਹੀਂ ਸੀ। ਜਿੰਨਾ ਚਿਰ ਉਸ ਦਾ ਸੱਚੇ ਪਾਤਸ਼ਾਹ ਵਿੱਚ ਅਡੋਲ ਯਕੀਨ ਸੀ, ਉਨਾ ਚਿਰ ਉਹ ਹੋਰ ਕਿਸੇ ਵੀ ਦੁਨਿਆਵੀ ਹਾਕਮ ਨੂੰ ਪਾਤਸ਼ਾਹ ਤਸਲੀਮ ਨਹੀਂ ਸੀ ਕਰ ਸਕਦਾ। ਜਿੰਨਾ ਚਿਰ ਖਾਲਸੇ ਅੰਦਰ ਪਾਤਸ਼ਾਹੀ ਦਾ ਜਜ਼ਬਾ ਜੋਬਨ ਵਿੱਚ ਸੀ, ਉਨਾ ਚਿਰ ਉਹ ਮੁਗਲਾਂ, ਅਫਗਾਨੀਆਂ ਤੇ ਮਰਹੱਟਿਆਂ ਚੋਂ ਕਿਸੇ ਨੂੰ ਵੀ ਹਾਕਮ ਨਹੀਂ ਸੀ ਮੰਨ ਸਕਦਾ। ਇਸ ਕਰਕੇ ਜਦ ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਰਾਹੀਂ ਖਾਲਸੇ ਅੱਗੇ ਸਮਝੌਤੇ ਦੀ ਪੇਸ਼ਕਸ਼ ਰੱਖੀ ਸੀ ਤਾਂ ਖਾਲਸੇ ਨੇ ਅਜਿਹੀ ਪੇਸ਼ਕਸ਼ ਨੂੰ ਹਿਕਾਰਤ ਨਾਲ ਠੁਕਰਾ ਦਿੱਤਾ ਸੀ। ਆਲਾ ਸਿੰਘ ਨੇ ਖਾਲਸੇ ਨੂੰ ਵੀ ਆਪਣੇ ਦੁਨੀਆਦਾਰੀ ਸਵਾਰਥ ਵਾਲੇ ਰਾਹ ਉੱਤੇ ਲਿਆਉਣ ਲਈ ਆਪਣੇ ਵਕੀਲ ਨਾਨੂ ਸਿੰਘ ਗਰੇਵਾਲ ਨੂੰ ਦਲ ਖਾਲਸਾ ਕੋਲ ਭੇਜਿਆ ਸੀ, ਜਿਸ ਨੂੰ ਖਾਲਸੇ ਨੇ 2 ਟੁਕ ਜਵਾਬ ਦੇ ਕੇ ਬਰੰਗ ਮੋੜ ਦਿੱਤਾ ਸੀ।
ਖਾਲਸੇ ਦਾ ਜਵਾਬ ਸੀ ਕਿ ਉਹਨਾਂ ਨੂੰ ਸਤਿਗੁਰਾਂ ਦੀ ਬਖਸ਼ਿਸ਼ ਨਾਲ ਹਾਸਲ ਹੋਇਆ ਰਾਜ ਹੀ ਮਨਜ਼ੂਰ ਹੋ ਸਕਦਾ ਸੀ, ਜਿਸ ਨੂੰ ਕਿ ਖਾਲਸੇ ਨੇ ਆਪਣੇ ਸਿਰ ਭੇਟ ਕਰਕੇ ਹਾਸਲ ਕੀਤਾ ਸੀ ਅਤੇ ਉਹ ਜਦ ਵੀ ਰਾਜ ਪ੍ਰਾਪਤ ਕਰਨਗੇ ਤਾਂ ਲੜ ਕੇ ਹੀ ਕਰਨਗੇ, ਕਿਸੇ ਦੁਨਿਆਵੀ ਹਾਕਮ ਦੀ ਬਖਸ਼ਿਸ਼ ਵਜੋਂ ਨਹੀਂ। ਰਾਜ ਪ੍ਰਾਪਤੀ ਬਾਰੇ ਖਾਲਸੇ ਦੀ ਇਹ ਸਿਧਾਂਤਕ ਪੋਜੀਸ਼ਨ ਉਸ ਨੂੰ ਬੇਅਸੂਲੀ ਰਾਜਨੀਤਿਕ ਪੈਂਤੜੇਬਾਜ਼ੀ ਅਪਣਾਉਣ ਤੋਂ ਸਖਤੀ ਨਾਲ ਵਰਜਦੀ ਸੀ। ਖਾਲਸਾ ਆਪਣੀ ਖੁਦਮੁਖਤਿਆਰੀ ਤੇ ਸਵੈ ਮਾਣ ਨੂੰ ਕਾਇਮ ਰੱਖਦਾ ਹੋਇਆ ਹੀ ਕਿਸੇ ਹੋਰ ਧਿਰ ਨਾਲ ਸਾਂਝ ਗੰਢ ਸਕਦਾ ਸੀ। ਆਲਾ ਸਿੰਘ ਲਈ ਅਜਿਹੀ ਕੋਈ ਸਿਧਾਂਤਕ ਜਾਂ ਨੈਤਿਕ ਮਨਾਹੀ ਨਹੀਂ ਸੀ। ਆਪਣਾ ਸਵਾਰਥ ਪੂਰਾ ਕਰਨ ਲਈ ਉਹ ਕੋਈ ਵੀ ਸਿਧਾਂਤਹੀਣ ਪੈਂਤੜਾ ਅਪਣਾ ਸਕਦਾ ਸੀ ਅਤੇ ਕੋਈ ਵੀ ਅਨੈਤਿਕ ਕਰਮ ਕਰ ਸਕਦਾ ਸੀ। ਇਸ ਨੂੰ ਦੂਰ ਅੰਦੇਸ਼ੀ ਦਾ ਨਾਂ ਦੇਣਾ ਸਿਧਾਂਤਹੀਣਤਾ ਦੀ ਜੈ ਜੈਕਾਰ ਕਰਨਾ ਹੈ। ਆਲਾ ਸਿੰਘ ਨਾਲ ਵਿਹਾਰਕ ਸੰਬੰਧ ਅਤੇ ਸਹਿਚਾਰ ਰੱਖਦੇ ਹੋਏ ਵੀ ਖਾਲਸਾ ਜੀ ਨੇ ਇੱਕ ਸਮੇਂ ਤੱਕ ਉਸ ਨਾਲੋਂ ਸਿਧਾਂਤਕ ਨਿਖੇੜਾ ਬਣਾਈ ਰੱਖਿਆ ਸੀ। ਜੁਝਾਰ ਖਾਲਸੇ ਅੰਦਰ ਆਪਸੀ ਨਿੱਕੇ ਮੋਟੇ ਝਗੜਿਆਂ ਜੋ ਸਿਧਾਂਤਕ ਘੱਟ ਅਤੇ ਸਖਸ਼ੀ ਵਧੇਰੇ ਸਨ ਦੇ ਬਾਵਜੂਦ ਭਾਈਚਾਰਕ ਸਾਂਝ ਦਾ ਜਜ਼ਬਾ ਭਾਰੂ ਸੀ। ਉਹ ਸਾਂਝੇ ਦੁਸ਼ਮਣ ਦੇ ਖਿਲਾਫ ਲੜਨ ਲਈ ਝੱਟ ਇਕਜੁੱਟ ਹੋ ਜਾਂਦੇ ਸਨ। ਇਸ ਕਰਕੇ ਹੀ ਉਹਨਾਂ ਦਿਨਾਂ ਵਿੱਚ ਖਾਲਸੇ ਦੇ ਰਾਜਸੀ ਚਲਨ ਬਾਰੇ ਇਹ ਅਖਾਣ ਪ੍ਰਚਲਿਤ ਹੋ ਗਿਆ ਸੀ ਕਿ ਸਿੰਘ ਗੁਰੂ ਦੇ ਚੱਠੇ, ਖਾਣ ਪੀਣ ਨੂੰ ਵੱਖੋ ਵੱਖਰੇ, ਲੜਨ ਭਿੜਨ ਨੂੰ ਇਕੱਠੇ। ਪਰ ਸਮਾਂ ਪੈਣ ਨਾਲ ਹੌਲੀ ਹੌਲੀ ਖਾਲਸੇ ਨੇ ਆਲਾ ਸਿੰਘ ਦੇ ਬਹੁਤ ਸਾਰੇ ਸਿਧਾਂਤਕ ਐਬ ਗ੍ਰਹਿਣ ਕਰਨੇ ਸ਼ੁਰੂ ਕਰ ਦਿੱਤੇ। ਆਲਾ ਸਿੰਘ ਦੀ ਤਰ੍ਹਾਂ ਹੀ ਖਾਲਸੇ ਅੰਦਰ ਵੀ ਰੂਹਾਨੀ ਕੀਮਤਾਂ ਨਾਲੋਂ ਸੰਸਾਰੀ ਸਵਾਰਥ ਨੂੰ ਪਹਿਲ ਦੇਣ ਦਾ ਨਿਸ਼ੇਧ ਰੁਝਾਨ ਜ਼ੋਰ ਪਕੜਨ ਲੱਗਾ। ਖੁਦਪ੍ਰਸਤੀ ਸਮੂਹਕ ਹਿੱਤਾਂ ਉੱਤੇ ਹਾਵੀ ਹੋ ਗਈ। ਦੋਸਤੀਆਂ ਅਤੇ ਮੁਲਾਜ਼ੇ ਗੰਢਣ ਵੇਲੇ ਕੌਮੀ ਮਨੋਰਥਾਂ ਦੀ ਥਾਵੇਂ ਨਿੱਜੀ ਸਵਾਰਥ ਨੂੰ ਪਹਿਲ ਦਿੱਤੀ ਜਾਣ ਲੱਗ ਪਈ। ਸ਼ਰੀਕੇ ਤੇ ਸਾੜੇ ਦੀ ਮਲੀਨ ਭਾਵਨਾ ਨੇ ਭਾਈਚਾਰਕ ਸਾਂਝ ਦੀਆਂ ਬੁਨਿਆਦਾਂ ਨੂੰ ਖੋਰਾ ਲਾ ਦਿੱਤਾ। ਮਿਸਲਦਾਰਾਂ ਵਿਚਕਾਰ ਆਪਸੀ ਝਗੜੇ ਤੇ ਕਲੇਸ਼ ਖੁੱਲ੍ਹਮ ਖੁੱਲ੍ਹੀਆਂ ਟੱਕਰਾਂ ਦਾ ਰੂਪ ਧਾਰਨ ਕਰ ਗਏ। ਕੌਮੀ ਮਨੋਰਥਾਂ ਦੇ ਧੁੰਦਲੇ ਪੈ ਜਾਣ ਨਾਲ ਆਪਸੀ ਵਿਰੋਧ ਤੇ ਬਦਲੇ ਦੀ ਭਾਵਨਾ ਬੇਕਾਬੂ ਹੋ ਤੁਰੀ। ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਬਾਹਰੀ ਦੁਸ਼ਮਣਾਂ ਨਾਲ ਸਾਂਢ ਗਾਂਢ ਕਾਇਮ ਕਰਨ ਦੀ ਕੌਮ ਘਾਤੀ ਰੀਤ ਪ੍ਰਚਲਿਤ ਹੋ ਗਈ। ਖਾਲਸਾ ਪੰਥ ਦੀ ਇਸ ਅੰਦਰੂਨੀ ਅਦੋਗਤੀ ਨੂੰ ਦਰਸਾਉਂਦੇ ਕੁਝ ਦ੍ਰਿਸ਼ਟਾਂਤ ਇਸ ਤਰ੍ਹਾਂ ਹਨ। ਪਹਿਲਾ, ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਜੈ ਸਿੰਘ ਕਨ੍ਹਈਆ ਦੀ ਦੋਸਤੀ ਕਾਫੀ ਮਸ਼ਹੂਰ ਸੀ। ਇਹਨਾਂ ਦੋਨੋਂ ਮਿਸਲਦਾਰਾਂ ਨੇ ਇੱਕ ਦੂਜੇ ਦੀ ਮਦਦ ਨਾਲ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਕਾਫੀ ਵੱਡੇ ਇਲਾਕੇ ਅੰਦਰ ਆਪਣੀ ਸੱਤਾ ਕਾਇਮ ਕਰ ਲਈ ਸੀ। ਪਰੰਤੂ ਮਈ 1763 ਵਿੱਚ ਕਸੂਰ ਦੀ ਲੁੱਟ 'ਚੋਂ ਹਿੱਸਾ ਪੱਤੀ ਦੇ ਮਸਲੇ ਉੱਤੇ ਦੋਵਾਂ ਸਰਦਾਰਾਂ ਵਿਚਕਾਰ ਅਜਿਹੀ ਫਿੱਕ ਪੈ ਗਈ ਕਿ ਉਹ ਇੱਕ ਦੂਜੇ ਦੇ ਜਾਨੀ ਦੁਸ਼ਮਣ ਹੋ ਨਿਬੜੇ। ਇਸ ਨਿਰੋਲ ਨਿੱਜੀ ਦੁਸ਼ਮਣੀ ਦੀ ਵਜ੍ਹਾ ਕਰਕੇ ਦੋਵਾਂ ਵਿਚਕਾਰ ਕਈ ਖੂਨੀ ਝੜਪਾਂ ਹੋਈਆਂ। ਦੂਜਾ, 1774 ਈਸਵੀ ਵਿੱਚ ਜੰਮੂ ਦੇ ਸਥਾਨਕ ਹਾਕਮ ਰਣਜੀਤ ਦੇਵ ਦਾ ਆਪਣੇ ਪੁੱਤਰ ਬਿਰਜਰਾਜ ਦੇਵ ਨਾਲ ਕਿਸੇ ਗੱਲੋਂ ਝਗੜਾ ਖੜਾ ਹੋ ਗਿਆ। ਦੋਵਾਂ ਪਿਓ ਪੁੱਤਾਂ ਨੇ ਆਪੋ ਆਪਣੀ ਮਦਦ ਲਈ ਸਿੰਘਾਂ ਨੂੰ ਬੁਲਾ ਲਿਆ। ਝੰਡਾ ਸਿੰਘ ਭੰਗੀ ਰਣਜੀਤ ਦੇਵ ਦੀ ਮਦਦ ਉੱਤੇ ਆ ਡਟਿਆ, ਜਦਕਿ ਕਨ੍ਹਈਆ ਤੇ ਸ਼ੁਕਰ ਚੱਕੀਆ ਮਿਸਲ ਦੇ ਆਗੂਆਂ ਨੇ ਬਿਰਜਰਾਜ ਦੇਵ ਦੇ ਪੱਖ ਵਿੱਚ ਮੋਰਚੇ ਮੱਲ ਲਏ। ਕਨ੍ਹਈਆ ਨੇ 7 ਬਿਗਾਨਿਆਂ ਪਿੱਛੇ ਝੰਡਾ ਸਿੰਘ ਦੀ ਜਾਨ ਲੈ ਲਈ। ਤੀਜਾ, ਸਰਦਾਰ ਨੰਦ ਸਿੰਘ ਭੰਗੀ ਦੀ ਵਿਧਵਾ ਨੇ ਕਨ੍ਹਈਆ ਮਿਸਲ ਵਿੱਚ ਵਿਆਹੀ ਆਪਣੀ ਧੀ ਨੂੰ ਦਾਜ ਵਿੱਚ ਪਠਾਨਕੋਟ ਦਾ ਇਲਾਕਾ ਦੇ ਦਿੱਤਾ। ਸਰਦਾਰ ਝੰਡਾ ਸਿੰਘ ਭੰਗੀ ਦੇ ਵਾਰਿਸ ਗੰਡਾ ਸਿੰਘ ਨੇ ਇਸ ਉੱਤੇ ਇਤਰਾਜ਼ ਜਤਾਉਂਦਿਆਂ ਕਨ੍ਹਈਆ ਨੂੰ ਇਹ ਇਲਾਕਾ ਵਾਪਸ ਕਰ ਦੇਣ ਲਈ ਕਿਹਾ। ਇਸ ਗੱਲ ਉੱਤੇ ਦੋਵਾਂ ਮਿਸਲਾਂ ਵਿਚਕਾਰ ਟੱਕਰ ਹੋ ਗਈ। ਇਸ ਟੱਕਰ ਵਿੱਚ ਗੰਡਾ ਸਿੰਘ ਦੀ ਮੌਤ ਹੋ ਗਈ। ਇਸ ਉਪਰੰਤ ਉਸਦੇ ਭਰਾ ਚੜ੍ਹਤ ਸਿੰਘ ਨੇ ਪਠਾਨਕੋਟ ਉੱਤੇ ਚੜ੍ਹਾਈ ਕਰ ਦਿੱਤੀ। ਸਿੱਟੇ ਵਜੋਂ ਚੜ੍ਹਤ ਸਿੰਘ ਦੀ ਜਾਨ ਵੀ ਇਸ ਲੜਾਈ ਦੇ ਲੇਖੇ ਲੱਗ ਗਈ। ਇਸ ਤਰ੍ਹਾਂ ਭੱਗੀ ਮਿਸਲ ਅਨਿਆਈਆਂ ਟੱਕਰਾਂ ਵਿੱਚ ਤਬਾਹ ਹੋ ਕੇ ਰਹਿ ਗਈ। ਚੌਥਾ, 1775 ਈਸਵੀ ਵਿੱਚ ਖਾਲਸੇ ਦੀਆਂ 12 ਵਿੱਚੋਂ 5 ਮਿਸਲਾਂ ਦੀਨਾ ਨਗਰ ਵਿਖੇ ਆਪੋ ਵਿੱਚ ਗੁੱਥਮ ਗੁੱਥਾ ਹੋ ਗਈਆਂ। ਜੱਸਾ ਸਿੰਘ ਰਾਮਗੜੀਆ, ਸ਼ੁਕਰ ਚੱਕੀਆ, ਕਨ੍ਹਈਆ ਤੇ ਆਲੂਵਾਲੀਆ ਦੇ ਸਾਂਝੇ ਜੁੱਟ ਦੇ ਖਿਲਾਫ ਟੱਕਰ ਲੈ ਰਹੇ ਭੰਗੀਆਂ ਦੀ ਹਮਾਇਤ ਵਿੱਚ ਨਿੱਤਰ ਆਇਆ। ਇਸ ਉਪਰੰਤ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਜਹੂਰਾ ਉੱਤੇ ਧਾਵਾ ਬੋਲ ਦਿੱਤਾ ਤੇ ਇਸ ਨੂੰ ਰਾਮਗੜੀਆਂ ਕੋਲੋਂ ਹਥਿਆ ਕੇ ਬਘੇਲ ਸਿੰਘ ਕਰੋੜ ਸਿੰਘੀਆਂ ਦੇ ਹਵਾਲੇ ਕਰ ਦਿੱਤਾ। ਜੱਸਾ ਸਿੰਘ ਆਲੂਵਾਲੀਆ ਤੇ ਜੈ ਸਿੰਘ ਕਨ੍ਹਈਆ ਨੇ ਰਲ ਕੇ ਰਾਮਗੜੀਆਂ ਨੂੰ ਹਿਸਾਰ ਤੋਂ ਪਰੇ ਮਾਰੂਥਲ ਵੱਲ ਧਕੇਲ ਦਿੱਤਾ। ਪੰਜਵਾਂ, 1779 ਵਿੱਚ ਬਘੇਲ ਸਿੰਘ ਨੇ ਜੀਂਦ ਦੇ ਰਾਜਾ ਗਜਪਤ ਸਿੰਘ ਨਾਲ ਆਪਣੀ ਕਿੜ ਕੱਢਣ ਲਈ ਉਸ ਨੂੰ ਮੁਗਲਾਂ ਹੱਥੋਂ ਗ੍ਰਿਫਤਾਰ ਕਰਵਾ ਦਿੱਤਾ। ਉਸੇ ਹੀ ਸਾਲ ਗਜਪਤ ਸਿੰਘ ਨੇ ਕੈਥਲ ਦੇ ਸਰਦਾਰ ਦੇਸੂ ਸਿੰਘ ਨੂੰ ਅਬਦੁਲ ਅਹਿਦ ਖਾਨ ਦੇ ਹੱਥੋਂ ਗ੍ਰਿਫਤਾਰ ਕਰਵਾ ਦਿੱਤਾ।
ਛੇਵਾਂ 1787 ਵਿੱਚ ਜਦ ਗੁਲਾਮ ਕਾਦਰ ਰੋਹਿਲੇ ਨੇ ਦਿੱਲੀ ਉੱਤੇ ਹੱਲਾ ਬੋਲ ਦਿੱਤਾ ਤਾਂ ਲਾਡਵਾਂ ਦੇ ਸਰਦਾਰ ਗੁਰਦਿੱਤ ਸਿੰਘ ਅਤੇ ਛਲੌਂਦੀ ਦੇ ਸਰਦਾਰ ਬਘੇਲ ਸਿੰਘ ਦੇ ਸਮੇਤ ਬਹੁਤ ਸਾਰੇ ਸਿੱਖ ਸਰਦਾਰਾਂ ਨੇ ਰੋਹਿਲੇ ਦਾ ਸਾਥ ਦਿੱਤਾ, ਜਦ ਕਿ ਥਨੇਸਰ ਦੇ ਸਰਦਾਰ ਭੰਗਾ ਸਿੰਘ ਨੇ ਰੋਹਿਲੇ ਦੇ ਖਿਲਾਫ ਬਾਦਸ਼ਾਹ ਸ਼ਾਹ ਆਲਮ ਦੀਆਂ ਫੌਜਾਂ ਦਾ ਪੱਖ ਪੂਰਿਆ। ਜਿਸ ਵੇਲੇ ਖਾਲਸੇ ਵੱਲੋਂ ਇਹ ਤੁੱਛ ਅਮਲ ਦੀ ਨੁਮਾਇਸ਼ ਲਾਈ ਜਾ ਰਹੀ ਸੀ, ਉਸ ਵੇਲੇ ਹਿੰਦੁਸਤਾਨ ਦੀ ਰਾਜਨੀਤਿਕ ਸਥਿਤੀ ਇੱਕ ਬਹੁਤ ਹੀ ਸੁਲੱਖਣਾ ਮੋੜ ਕੱਟ ਰਹੀ ਸੀ। ਖਾਲਸੇ ਲਈ ਪੇਸ਼ਕਦਮੀ ਦੀਆਂ ਅਸੀਮ ਸੰਭਾਵਨਾਵਾਂ ਪੈਦਾ ਹੋ ਰਹੀਆਂ ਸਨ। ਉਸ ਵੇਲੇ ਹਿੰਦੁਸਤਾਨ ਰਾਜਸੀ ਤੇ ਸੈਨਿਕ ਪੱਖ ਤੋਂ ਖਿੰਡਾ ਤੇ ਅਫਰਾ ਤਫਰੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਸੱਤਾ ਲਈ ਸੰਘਰਸ਼ ਵਿੱਚ ਉਲਝੀਆਂ ਖਾਲਸੇ ਦੀਆਂ ਸੱਭੇ ਦੁਸ਼ਮਣ ਤਾਕਤਾਂ ਪੂਰੀ ਤਰ੍ਹਾਂ ਦਮੋਂ ਨਿਕਲ ਚੁੱਕੀਆਂ ਸਨ। ਦੁਰਾਨੀਆਂ ਦੀਆਂ ਧਾੜਵੀ ਮੁਹਿੰਮਾਂ ਅਤੇ ਸਿੱਖਾਂ ਤੇ ਮਰਹੱਟਿਆਂ ਦੀਆਂ ਸੈਨਿਕ ਚੋਟਾਂ ਨੇ ਮੁਗਲ ਸਾਮਰਾਜ ਨੂੰ ਜਰਜਰਾ ਕਰ ਦਿੱਤਾ ਸੀ। ਕਮਜ਼ੋਰ ਹੋਈ ਮੁਗਲ ਬਾਦਸ਼ਾਹਤ ਦੇ ਸਾਹਮਣੇ ਅਹਿਮਦ ਸ਼ਾਹ ਅਬਦਾਲੀ ਦੀ ਈਨ ਮੰਨ ਲੈਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ ਰਿਹਾ। ਜਨਵਰੀ 1761 ਵਿੱਚ ਪਾਣੀਪਤ ਵਿਖੇ ਅਬਦਾਲੀ ਦੇ ਹੱਥੋਂ ਕਰਾਰੀ ਹਾਰ ਖਾ ਜਾਣ ਨਾਲ ਮਰਹੱਟਿਆਂ ਦੀ ਕੰਗਰੋੜ ਟੁੱਟ ਗਈ ਸੀ। ਹਾਰ ਦੇ ਝੱਟ ਬਾਅਦ ਹੋਈ ਪੇਸ਼ਵਾ ਬਾਲਾਜੀ ਬਾਜੀ ਰਾਓ ਦੀ ਮੌਤ ਨੇ ਉਹਨਾਂ ਨੂੰ ਹੋਰ ਵੀ ਭੁੰਜੇ ਲਾ ਦਿੱਤਾ ਸੀ। ਦਸੰਬਰ 1763 ਵਿੱਚ ਭਰਤਪੁਰ ਦੇ ਜਾਟ ਰਾਜਾ ਸੂਰਜਮਲ ਦੀ ਦਿੱਲੀ ਵਿਖੇ ਅਫਗਾਨੀ ਜਰਨੈਲ ਨਜੀਬ ਉਦ ਦੌਲਾ ਹੱਥੋਂ ਹੋਈ ਮੌਤ ਨਾਲ ਉੱਤਰੀ ਭਾਰਤ ਅੰਦਰ ਜਾਟਾਂ ਦੀ ਰਾਜਸੀ ਤੇ ਸੈਨਿਕ ਸ਼ਕਤੀ ਨਕਾਰਾ ਹੋ ਕੇ ਰਹਿ ਗਈ ਸੀ। ਉੱਧਰ ਮੁਗਲਾਂ ਦੀ ਅਧੀਨਗੀ ਕਬੂਲ ਕਰ ਲੈਣ ਤੋਂ ਬਾਅਦ ਰਾਜਪੂਤਾਂ ਦੇ ਪੱਲੇ ਕੱਖ ਨਹੀਂ ਸੀ ਰਹਿ ਗਿਆ। ਉਹਨਾਂ ਦੀ ਬਚੀ ਖੁਚੀ ਤਾਕਤ ਮੁਗਲਾਂ ਦੀਆਂ ਖਾਨਾ ਜੰਗੀਆਂ ਤੇ ਉਹਨਾਂ ਦੀਆਂ ਆਪਸੀ ਵਿਨਾਸ਼ਕਾਰੀ ਦੁਸ਼ਮਣੀਆਂ ਦੇ ਲੇਖੇ ਲੱਗ ਗਈ ਸੀ। ਇਸ ਤਰ੍ਹਾਂ ਜਦ ਸਿੰਘਾਂ ਨੇ ਆਪਣੇ ਲੰਮੇ ਤੇ ਸੂਰਮ ਗਤੀ ਭਰੇ ਸੰਘਰਸ਼ ਨਾਲ ਹਿੰਦੁਸਤਾਨ ਅੰਦਰ ਲਗਾਤਾਰ ਭੜਥੂ ਮਚਾਉਂਦੇ ਆ ਰਹੇ ਅਫਗਾਨੀ ਦੈਂਤ ਨੂੰ 1767 ਵਿੱਚ ਨਸਲ ਕਰਕੇ ਪੱਕੇ ਤੌਰ ਤੇ ਕਾਬਲ ਪਰਤ ਜਾਣ ਲਈ ਮਜਬੂਰ ਕਰ ਦਿੱਤਾ ਸੀ ਤਾਂ ਉੱਤਰੀ ਭਾਰਤ ਅੰਦਰ ਸੱਤਾ ਦਾ ਪੂਰਨ ਖਿਲਾਫ ਪੈਦਾ ਹੋ ਗਿਆ ਸੀ। ਸਾਰੇ ਉੱਤਰੀ ਭਾਰਤ ਅੰਦਰ ਸਿੰਘਾਂ ਦਾ ਮੁਕਾਬਲਾ ਕਰਨ ਵਾਲੀ ਕੋਈ ਸੈਨਿਕ ਤਾਕਤ ਨਹੀਂ ਸੀ ਰਹਿ ਗਈ। ਦਿੱਲੀ ਦੀ ਡੁੱਬ ਰਹੀ ਮੁਗਲ ਬਾਦਸ਼ਾਹਤ ਵਿੱਚ ਸਿੱਖਾਂ ਨੂੰ ਦਬਾਉਣ ਜੋਗਰੀ ਸੱਤਿਆ ਨਹੀਂ ਸੀ ਰਹੀ। ਸਿੱਖਾਂ ਦੀ ਵੱਧ ਰਹੀ ਤਾਕਤ ਨੂੰ ਡੱਕਣ ਦੇ ਯੁੱਧ ਨੀਤਕ ਇਰਾਦੇ ਨਾਲ ਦਿੱਲੀ ਦੇ ਲੜਖੜਾ ਰਹੇ ਸਿੰਘਾਸਣ ਨੂੰ ਅਫਗਾਨੀ ਠੁਮਣਾ ਦੇ ਕੇ ਬਚਾਉਣ ਦੇ ਅਬਦਾਲੀ ਦੇ ਸਭੇ ਯਤਨ ਨਕਾਰਾ ਹੋ ਗਏ ਸਨ। ਦਿੱਲੀ ਦੇ ਆਸ-ਪਾਸ ਦੇ ਖੇਤਰਾਂ ਅੰਦਰ ਸਿੰਘਾਂ ਦੀ ਛਾਪਾਮਾਰ ਮੁਹਿੰਮਾਂ ਨੇ ਨਜੀਬ ਉਦ ਦੌਲਾ ਨੂੰ ਇਸ ਕਦਰ ਬੇਹਾਲ ਕਰ ਦਿੱਤਾ ਸੀ ਕਿ ਉਹ ਟੁੱਟਿਆ ਹਾਰਿਆ ਅਕਤੂਬਰ 1770 ਵਿੱਚ ਸਦੀਵੀ ਨੀਂਦ ਸੌਂ ਗਿਆ ਸੀ। ਉਸ ਦੇ ਵਾਰਸ ਅਤੇ ਸਪੁੱਤਰ ਯਾਬਿਤਾ ਖਾਨ ਨੇ ਸਿੰਘਾਂ ਦੀ ਤਾਕਤ ਦਾ ਲੋਹਾ ਮੰਨਦੇ ਹੋਏ ਸਿੱਖ ਧਰਮ ਗ੍ਰਹਿਣ ਕਰ ਲਿਆ ਸੀ ਅਤੇ ਆਪਣੀ ਵਿਧਵਾ ਮਾਂ ਸਮੇਤ ਜੱਸਾ ਸਿੰਘ ਰਾਮਗੜੀਆ ਦੀ ਸ਼ਰਨ ਵਿੱਚ ਚਲਾ ਗਿਆ ਸੀ। ਉਸ ਵੇਲੇ ਤੱਕ ਅਜੇ ਅੰਗਰੇਜ਼ ਸਿੱਖਾਂ ਦੀ ਕਰਮ ਭੂਮੀ ਤੋਂ ਦੂਰ ਪੂਰਬ ਵਿੱਚ ਆਪਣੀ ਤਾਕਤ ਜੋੜਨ ਵਿੱਚ ਲੱਗੇ ਹੋਏ ਸਨ। ਅਜੇ ਉਹ ਉੱਤਰ ਪੱਛਮ ਵਿੱਚ ਆ ਕੇ ਸਿੱਖਾਂ ਨਾਲ ਸੈਨਿਕ ਪੰਗਾ ਲੈਣ ਦੀ ਸਥਿਤੀ ਵਿੱਚ ਨਹੀਂ ਸਨ। ਉੱਧਰ ਪੰਜਾਬ ਅਤੇ ਅਫਗਾਨਿਸਤਾਨ ਦੀ ਸਰਹੱਦ ਉੱਤੇ ਸਿੱਖਾਂ ਨੇ ਇੱਕ ਤਰ੍ਹਾਂ ਨਾਲ ਲੋਹੇ ਦੀ ਕੰਧ ਖੜੀ ਕਰ ਦਿੱਤੀ ਸੀ। 1767 ਤੋਂ ਬਾਅਦ ਅਬਦਾਲੀ ਦਾ ਸਿੰਧ ਦਰਿਆ ਨੂੰ ਪਾਰ ਕਰਨ ਦਾ ਹੌਸਲਾ ਨਹੀਂ ਸੀ ਪਿਆ। ਸਿੱਖਾਂ ਨੂੰ ਦਬਾਉਣ ਦੀ ਹਸਰਤ ਦਿਲ ਵਿੱਚ ਹੀ ਲੈ ਕੇ ਉਹ ਅਪ੍ਰੈਲ 1772 ਵਿੱਚ ਇਸ ਸੰਸਾਰ ਤੋਂ ਕੂਚ ਕਰ ਗਿਆ ਸੀ। ਉਸ ਦੇ ਵਾਰਸਾਂ ਅੰਦਰ ਪੰਜਾਬ ਵਿੱਚੋਂ ਸਿੱਖਾਂ ਦੇ ਪੈਰ ਉਖਾੜ ਸਕਣ ਦੀ ਸਮਰੱਥਾ ਨਹੀਂ ਸੀ। ਇਸ ਕਰਕੇ ਅਫਗਾਨੀ ਖਤਰੇ ਤੋਂ ਨਿਸ਼ਚਿੰਤ ਹੋਏ ਸਿੰਘਾਂ ਲਈ ਉੱਤਰੀ ਭਾਰਤ ਦੇ ਵਿਸ਼ਾਲ ਖੇਤਰ ਅੰਦਰ ਆਪਣੀ ਸਰਦਾਰੀ ਕਾਇਮ ਕਰਨ ਦਾ ਸੁਹਾਵਣਾ ਮੌਕਾ ਪੈਦਾ ਹੋ ਗਿਆ ਸੀ। ਸਰਦਾਰ ਕਪੂਰ ਸਿੰਘ ਦੇ ਵਿਚਾਰ ਅਨੁਸਾਰ ਉਸ ਵੇਲੇ ਪੰਥ ਲਈ ਮਰ ਮਿਟਣ ਦਾ ਜਜ਼ਬਾ ਰੱਖਣ ਵਾਲੇ ਹਥਿਆਰਬੰਦ ਘੋੜਸਵਾਰ ਸਿੰਘਾਂ ਦੀ ਨਫਰੀ 5 ਲੱਖ ਦੇ ਕਰੀਬ ਸੀ। ਸਰਦਾਰ ਕਪੂਰ ਸਿੰਘ ਦੁਆਰਾ ਦਰਸਾਈ ਇਹ ਸੰਖਿਆ ਜੇਕਰ ਪੂਰੀ ਤਰ੍ਹਾਂ ਦਰੁਸਤ ਨਾ ਵੀ ਹੋਵੇ ਤਾਂ ਵੀ ਇਹਨਾਂ ਸਿੰਘਾਂ ਦੀ ਲੜਾਕੂ ਸਮਰੱਥਾ ਤੇ ਬਹਾਦਰੀ ਦਾ ਕੋਈ ਮੁਕਾਬਲਾ ਨਹੀਂ ਸੀ। ਉਹਨਾਂ ਹੀ ਸਮਿਆਂ ਵਿੱਚ ਦਿੱਲੀ ਦੇ ਮੁਗਲ ਦਰਬਾਰ ਵਿੱਚ ਸੇਵਾ ਨਿਭਾ ਰਹੇ ਇੱਕ ਸਵਿਸ ਸੈਨਿਕ ਅਫਸਰ ਕਰਨਲ ਪੋਲੀਏ ਨੇ ਸਿੰਘਾਂ ਦੀ ਬਹਾਦਰੀ ਦੀ ਦਾਦ ਦਿੰਦੇ ਹੋਏ ਇਹ ਗੱਲ ਨਿਝੱਕ ਲਹਿਜੇ ਵਿੱਚ ਕਬੂਲ ਕੀਤੀ ਸੀ ਕਿ 500 ਮੁਗਲ ਘੋੜਸਵਾਰਾਂ ਦੀ 50 ਸਿੱਖ ਘੋੜਸਵਾਰਾਂ ਨਾਲ ਟੱਕਰ ਲੈਣ ਦੀ ਹਿੰਮਤ ਨਹੀਂ ਸੀ ਪੈਂਦੀ। 1754 ਈਸਵੀ ਵਿੱਚ ਤਹਿਮਸ ਖਾਨ ਮਿਸਕਨ ਨੇ ਕੇਵਲ 3 ਸਿੱਖ ਘੋੜਸਵਾਰਾਂ ਦੇ ਮੂਹਰੇ ਕਾਸਿਮ ਖਾਨ ਦੀ ਕਮਾਨ ਹੇਠਾਂ ਤੁਰਕਾਂ ਦੀ ਪੂਰੀ ਰੈਜੀਮੈਂਟ ਦੀ ਪੱਟੀ ਤੋਂ ਲੈ ਕੇ ਲਾਹੌਰ ਤੱਕ ਪਦੀੜ ਪੈਂਦੀ ਆਪਣੀਆਂ ਅੱਖਾਂ ਨਾਲ ਦੇਖੀ ਸੀ। ਰਾਜਨੀਤਿਕ ਅਯੋਗਤਾ।
ਉਪਰੋਕਤ ਵਰਣਨ ਵਿਸ਼ਲੇਸ਼ਣ ਚੋਂ ਸਿੱਖਾਂ ਦੀ ਚੜ੍ਹਤ ਦਾ ਸਾਫ਼ ਅਨੁਮਾਨ ਲਾਇਆ ਜਾ ਸਕਦਾ ਹੈ। ਪੂਰੇ ਉੱਤਰੀ ਭਾਰਤ ਦੇ ਅੰਦਰ ਉਹਨਾਂ ਦਾ ਟਾਕਰਾ ਕਰ ਸਕਣ ਵਾਲੀ ਕੋਈ ਤਾਕਤ ਨਹੀਂ ਸੀ। ਇਸ ਸਥਿਤੀ ਨੂੰ ਸਹੀ ਤਰੀਕੇ ਨਾਲ ਆਪਣੇ ਹੱਕ ਵਿੱਚ ਵਰਤਣ ਲਈ 3 ਗੱਲਾਂ ਦੀ ਜ਼ਰੂਰਤ ਸੀ। 1 ਕੌਮੀ ਨਿਸ਼ਾਨੇ ਬਾਰੇ ਸਪਸ਼ਟਤਾ ਤੇ ਇੱਕਮਤਤਾ। ਦੂਸਰਾ ਇਸ ਨੂੰ ਹਾਸਲ ਕਰਨ ਲਈ ਢੁਕਵੀਂ ਰਾਜਸੀ ਤੇ ਸੈਨਿਕ ਰਣਨੀਤੀ। ਅਤੇ ਤੀਸਰਾ ਬੱਝਵੀਂ ਅਗਵਾਈ ਦੇਣ ਦੇ ਸਮਰੱਥ ਮਜ਼ਬੂਤ ਤੇ ਅਨੁਸ਼ਾਸਨਬੱਧ ਜਥੇਬੰਦੀ। ਤਤਕਾਲੀ ਸਥਿਤੀ ਦਾ ਸਭ ਤੋਂ ਵੱਧ ਅਫਸੋਸਨਾਕ ਪਹਿਲੂ ਇਹ ਸੀ ਕਿ ਬਾਹਰਮੁਖੀ ਹਾਲਤਾਂ ਜਿੰਨੀਆਂ ਜ਼ਿਆਦਾ ਸਿੱਖਾਂ ਉੱਤੇ ਦਿਆਲੂ ਸਨ, ਖਾਲਸਾ ਪੰਥ ਦੀ ਅੰਤਰਮੁਖੀ ਦਸ਼ਾ ਉਨੀ ਹੀ ਜ਼ਿਆਦਾ ਬੱਤਰ ਸੀ। ਖਾਲਸੇ ਦੀ ਸੈਨਿਕ ਯੋਗਤਾ ਕਮਾਲ ਦੀ ਸੀ, ਪਰੰਤੂ ਰਾਜਨੀਤਿਕ ਅੰਤਰਦ੍ਰਿਸ਼ਟੀ ਨਾ ਦੇ ਬਰਾਬਰ ਸੀ। ਸਭ ਨਾਲੋਂ ਉਗੜਵੀਂ ਸਿਧਾਂਤਕ ਕਮਜ਼ੋਰੀ ਇਹ ਸੀ ਕਿ ਖਾਲਸਾ ਆਪਣੇ ਕੌਮੀ ਨਿਸ਼ਾਨੇ ਤੇ ਮਨੋਰਥਾਂ ਬਾਰੇ ਚੇਤੰਨ ਨਹੀਂ ਸੀ। ਅਹਿਮਦ ਸ਼ਾਹ ਅਬਦਾਲੀ ਨੂੰ ਚਾਲੂ ਕਰ ਲੈਣ ਤੋਂ ਬਾਅਦ ਸਿੰਘਾਂ ਅੰਦਰ ਲੜਨ ਦਾ ਸਵਾਇਆ ਜੋਸ਼ ਤੇ ਚਾਹ ਪੈਦਾ ਹੋ ਗਿਆ ਸੀ। ਉਹ ਜਿੱਧਰ ਨੂੰ ਵੀ ਪੈਂਦੇ ਫਤਿਹ ਹਾਸਲ ਕਰਕੇ ਹੀ ਦਮ ਲੈਂਦੇ। ਉਹਨਾਂ ਨੇ ਜੋ ਅੜੇ ਸੋ ਝੜੇ ਦੀ ਧਾਰਨਾ ਨੂੰ ਪੂਰੀ ਤਰ੍ਹਾਂ ਨਾਲ ਸੱਚ ਕਰਕੇ ਦਿਖਾ ਦਿੱਤਾ ਸੀ। ਅੱਧੀ ਸਦੀ ਤੋਂ ਵੀ ਵੱਧ ਲੰਮੇ ਸਮੇਂ ਤੱਕ ਜ਼ੁਲਮੀ ਰਾਜ ਦੇ ਖਿਲਾਫ ਸੂਰਮਗਤੀ ਭਰੀ ਜੱਦੋ-ਜਹਿਦ ਕਰਨ ਤੋਂ ਬਾਅਦ ਖਾਲਸਾ ਪੰਥ ਸੈਨਿਕ ਪੱਖ ਤੋਂ ਸੱਤਾ ਹਥਿਆਉਣ ਦੇ ਵਧੇਰੇ ਕਾਬਲ ਹੋ ਗਿਆ ਸੀ, ਪਰੰਤੂ ਇਸ ਦੌਰਾਨ ਉਸ ਦੇ ਨਜ਼ਰੀਏ ਅੰਦਰ ਵੱਡਾ ਭਾਰੀ ਨਾ ਪੱਖੀ ਬਦਲਾਅ ਆ ਗਿਆ ਸੀ। ਉਸ ਅੰਦਰ ਮਨੋਰਥਾਂ ਤੇ ਅਮਲਾਂ ਦੀ ਪਹਿਲਾਂ ਵਾਲੀ ਸਾਂਝ ਤੇ ਸੰਮਤੀ ਨਹੀਂ ਸੀ ਰਹੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਅੱਧੀ ਸਦੀ ਤੱਕ ਗੁਰੂ ਨੇੜਤਾ ਦਾ ਜਜ਼ਬਾ ਖਾਲਸੇ ਅੰਦਰ ਉਚੇਰੇ ਮਨੋਰਥਾਂ ਲਈ ਜੂਝ ਮਰਨ ਦਾ ਜੋਸ਼ ਤੇ ਉਤਸ਼ਾਹ ਪੈਦਾ ਕਰਦਾ ਰਿਹਾ ਸੀ। ਉਸ ਵੇਲੇ ਗੁਰੂ ਵਿੱਚ, ਗੁਰੂ ਦੇ ਮਿਸ਼ਨ ਵਿੱਚ ਅਤੇ ਇਸ ਮਿਸ਼ਨ ਦੀ ਸਫਲਤਾ ਵਿੱਚ ਖਾਲਸੇ ਦਾ ਅਡੋਲ ਯਕੀਨ ਉਸ ਅੰਦਰ ਕੁਰਬਾਨੀ ਤੇ ਸੂਰਮਗਤੀ ਦੀ ਭਰਪੂਰ ਸਪਿਰਿਟ ਭਰਦਾ ਰਿਹਾ। ਪਰ ਜਿਉਂ-ਜਿਉਂ ਖਾਲਸੇ ਅੰਦਰ ਗੁਰੂ ਨੇੜਤਾ ਦਾ ਵਲਵਲਾ ਕਮਜ਼ੋਰ ਪੈਂਦਾ ਗਿਆ, ਤਿਉਂ-ਤਿਉਂ ਉਸ ਅੰਦਰ ਆਦਰਸ਼ ਦੀ ਲਗਨ ਫਿੱਕੀ ਪੈਂਦੀ ਚਲੀ ਗਈ। ਇਸੇ ਹਿਸਾਬ ਨਾਲ ਹੀ ਉਸ ਅੰਦਰ ਦੁਨਿਆਵੀ ਸਵਾਰਥ ਜ਼ੋਰ ਪਕੜਦੇ ਗਏ। 18ਵੀਂ ਸਦੀ ਦੀ ਤੀਸਰੀ ਚੌਥਾਈ ਤੱਕ ਅੱਪੜਦਿਆਂ ਖਾਲਸੇ ਦਾ ਅਮਲ ਵਧੇਰੇ ਮਾਤਰਾ ਵਿੱਚ ਆਲਾ ਸਿੰਘ ਦੀ ਤਰਜ਼ ਉੱਤੇ ਢਲਣਾ ਸ਼ੁਰੂ ਹੋ ਗਿਆ ਸੀ। ਖਾਲਸੇ ਨੇ ਜਦ ਰੂਹਾਨੀ ਕੀਮਤਾਂ ਨਾਲੋਂ ਦੁਨਿਆਵੀ ਸਵਾਰਥਾਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਤਾਂ ਇਸ ਨਾਲ ਮਨੋਰਥਾਂ ਤੇ ਅਮਲਾਂ ਦੀ ਸਾਂਝ ਦੀਆਂ ਬੁਨਿਆਦਾਂ ਢਹਿ ਢੇਰੀ ਹੋ ਗਈਆਂ। ਲੜਾਈ ਦਾ ਕੋਈ ਸਾਂਝਾ ਕੌਮੀ ਮਨੋਰਥ ਤੇ ਟੀਚਾ ਨਾ ਰਿਹਾ। ਸਿੰਘਾਂ ਨੇ ਲੜਨਾ ਨਹੀਂ ਸੀ ਛੱਡਿਆ, ਪਰੰਤੂ ਲੜਾਈ ਦੇ ਉਦੇਸ਼ ਸੁੰਗੜ ਗਏ ਸਨ। ਸਰਬ ਸਾਂਝੇ ਇਕਜੁੱਟ ਕੌਮੀ ਰਾਜ ਦੀ ਸਥਾਪਨਾ ਦਾ ਖਿਆਲ ਖਾਲਸੇ ਦੀ ਸੁਰਤ ਅੰਦਰ ਜਗ੍ਹਾ ਨਾ ਬਣਾ ਸਕਿਆ। ਅਲੱਗ-ਅਲੱਗ ਖਾਲਸਾ ਦਲ ਆਪੋ ਆਪਣੀ ਸੱਤਾ ਕਾਇਮ ਕਰਨ ਦੀ ਸ਼ਰੀਕਾ ਦੌੜ ਵਿੱਚ ਪੈ ਗਏ। ਸੱਤਾ ਦੇ ਉਦੇਸ਼ ਬਹੁਤ ਸੌੜੇ ਹੋ ਗਏ ਸਨ। ਹੁਣ ਖਾਲਸੇ ਲਈ ਸੱਤਾ ਰੂਹਾਨੀਅਤ ਦੀ ਮੰਜ਼ਿਲ ਨਹੀਂ ਸੀ ਰਹੀ, ਇਹ ਸ਼ੌਹਰਤ ਤੇ ਦੌਲਤ ਦੀ ਲਲਕ ਪੂਰੀ ਕਰਨ ਦਾ ਵਸੀਲਾ ਬਣ ਗਈ ਸੀ। ਕੌਮੀ ਦ੍ਰਿਸ਼ਟੀਕੋਣ ਨੈਸ਼ਨਲ ਪਰਸਪੈਕਟਿਵ ਦੀ ਅਣਹੋਂਦ ਕਰਕੇ ਰਾਜਸੀ ਸੱਤਾ ਦੀ ਕੋਈ ਨਿਸ਼ਚਿਤ ਰੂਪ ਰੇਖਾ ਤੇ ਸੇਧ ਨਹੀਂ ਸੀ। ਬਹੁਤ ਕੁਝ ਆਪ ਮੁਹਾਰਤਾ ਉੱਤੇ ਛੱਡ ਦਿੱਤਾ ਗਿਆ ਸੀ। ਕੋਈ ਬੱਝਵੀਂ ਵਿਉਂਤ ਤੇ ਰਣਨੀਤੀ ਨਾ ਹੋਣ ਕਰਕੇ ਜਿਹੜੇ ਦਲ ਦਾ ਜਿਸ ਪਾਸੇ ਵੀ ਦਾਓ ਫੱਬ ਜਾਂਦਾ ਸੀ ਉਹ ਉਸ ਪਾਸੇ ਵੱਲ ਹੀ ਧੁੱਸ ਦੇ ਲੈਂਦਾ ਸੀ। ਇਸ ਤਰ੍ਹਾਂ ਖਾਲਸੇ ਦੀ ਸੁਰਤ ਅੰਦਰ ਖਿੰਡਾਓ ਤੇ ਸ਼ਕਤੀ ਅੰਦਰ ਬਿਖਰਾਓ ਪੈਦਾ ਹੋ ਤੁਰਿਆ। ਪੰਥ ਦੀ ਸ਼ਕਤੀ ਦੂਰ ਦੂਰ ਤੱਕ ਮਾਰ ਧਾੜ ਦੀਆਂ ਮੁਹਿੰਮਾਂ ਵਿੱਚ ਨਸ਼ਟ ਹੋਣੀ ਸ਼ੁਰੂ ਹੋ ਗਈ। ਕੌਮੀ ਜੂਝ ਤੇ ਦ੍ਰਿਸ਼ਟੀ ਦੀ ਗੈਰ ਮੌਜੂਦਗੀ ਵਿੱਚ ਨਿੱਜ ਪ੍ਰਸਤੀ ਦਾ ਧੜੇਬਾਜ਼ੀ ਵਿੱਚ ਨਿਗਾਰ ਹੋ ਗਿਆ, ਜਿਸ ਨਾਲ ਖਾਲਸੇ ਅੰਦਰ ਆਪਸੀ ਪਿਆਰ ਤੇ ਮਿਲਵਰਤਨ ਦੀ ਭਾਵਨਾ ਕਮਜ਼ੋਰ ਪੈ ਗਈ ਅਤੇ ਇਸ ਦੀ ਜਗ੍ਹਾ ਆਪਸੀ ਵਿਰੋਧਾਂ, ਸ਼ੰਕਿਆਂ ਤੇ ਸਾੜਿਆਂ ਨੇ ਲੈ ਲਈ। ਖਾਲਸੇ ਦੀ ਕਾਰਪੋਰੇਟ ਸਪਿਰਿਟ ਨਿੱਜਵਾਦੀ ਹਉਮੈ ਨੇ ਨਿਗਲ ਲਈ। ਸਮੂਹਕ ਰਜ਼ਾ ਦੀ ਥਾਵੇਂ ਆਪ ਖੁਦਰਾਪਣ ਹਾਵੀ ਹੋ ਗਿਆ। ਜਦ ਮਨੋਰਥਾਂ ਤੇ ਅਮਲਾਂ ਦੀ ਸਾਂਝ ਨਾ ਰਹੀ ਤਾਂ ਸੰਘਰਸ਼ ਦੀਆਂ ਔਖੀਆਂ ਘੜੀਆਂ ਅੰਦਰ ਉਸਰੀਆਂ ਖਾਲਸਾਈ ਸੰਸਥਾਵਾਂ ਤੇ ਪਰੰਪਰਾਵਾਂ ਨਕਾਰਾ ਤੇ ਬੇਮਾਨਾ ਹੋ ਕੇ ਰਹਿ ਗਈਆਂ। ਉਦਾਹਰਨ ਵਜੋਂ ਜਿਸ ਵੇਲੇ ਅੰਮ੍ਰਿਤਸਰ ਵਿਖੇ ਸਾਲ ਵਿੱਚ 2 ਵਾਰ ਸਰਬੱਤ ਖਾਲਸਾ ਬੁਲਾਉਣ ਦੀ ਰੀਤ ਆਰੰਭ ਹੋਈ ਸੀ, ਉਸ ਵੇਲੇ ਖਾਲਸੇ ਅੰਦਰ ਸਮੂਹਕ ਸਪਿਰਿਟ ਪੂਰੇ ਜੋਬਨ ਵਿੱਚ ਸੀ। ਸਮੂਹ ਖਾਲਸਾ ਸਾਂਝੇ ਪੰਥਕ ਕਾਜ਼ ਨੂੰ ਅਰਪਿਤ ਸੀ। ਹਰ ਸਾਲ ਵਿਸਾਖੀ ਤੇ ਦੀਵਾਲੀ ਦੇ ਦਿਹਾੜੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਖਾਲਸੇ ਦਾ ਭਾਰੀ ਇਕੱਠ ਸੱਦਿਆ ਜਾਂਦਾ ਸੀ, ਜਿੱਥੇ ਕੌਮ ਨੂੰ ਦਰਪੇਸ਼ ਚੁਣੌਤੀਆਂ ਬਾਰੇ ਡੂੰਘੀਆਂ ਵਿਚਾਰਾਂ ਹੁੰਦੀਆਂ ਸਨ ਅਤੇ ਸਰਬ ਸਾਂਝੇ ਫੈਸਲੇ ਲਏ ਜਾਂਦੇ ਸਨ। ਖਾਲਸੇ ਦਾ ਹਰ ਵਰਗ ਇਹਨਾਂ ਫੈਸਲਿਆਂ, ਜਿਨ੍ਹਾਂ ਨੂੰ ਗੁਰਮਤਿ ਕਿਹਾ ਜਾਂਦਾ ਸੀ, ਨੂੰ ਮੰਨਣ ਤੇ ਲਾਗੂ ਕਰਨ ਲਈ ਪਾਬੰਦ ਹੁੰਦਾ ਸੀ। ਉਦੋਂ ਕਿਉਂਕਿ ਅਜੇ ਖਾਲਸੇ ਦੀ ਮੁੱਖ ਧਾਰਾ ਅੰਦਰ ਪੰਥ ਦੇ ਸਮੂਹਕ ਹਿੱਤਾਂ ਨਾਲੋਂ ਆਪਣੇ ਨਿੱਜੀ ਸਵਾਰਥਾਂ ਨੂੰ ਮੂਹਰੇ ਰੱਖਣ ਦੀ ਨਿੱਜਵਾਦੀ ਸੋਚ ਤੇ ਰੁਚੀ ਪ੍ਰਫੁੱਲਤ ਨਹੀਂ ਸੀ ਹੋਈ।
इस करके कौम के सांझे मसलिਆਂ बारे सर्ब सांझे निर्णयां उत्ते अपड़न ਅਤੇ ਇਹਨਾਂ ਨੂੰ शुद्ध भावना नाल लागू करन विच कोई वड्डी औकड़ पेश नहीं सी आउंदी। स्वार्थमुखी सोच रखण वाले सिख तत्तां नूं उस वेले खालसे दी मुख्यधारा दे अंग नहीं सी मन्निया जांदा। उदों इस वर्ग दा प्रभाव ते दायरा अजे बहुत छोटा सी। इस वर्ग ने सरबत खालसा विच शामिल होण ते इस दे गुरमतियां नूं मन्नण जां लागू करन विच कदे भी रुचि नहीं सी दिखाई। यह वर्ग प्रतੱਖ तौर ते खालसे दी मुख्यधारा नालों हट के अपना वखरा मार्ग अपना के चल रहा सी। फूलकियां दी उदाहरण सामने है, परंतु जद खालसे दी मुख्यधारा ने भी आला ਸਿੰਘ वाला वहन अख्तियार कर लिया तो सरबत खालसा ते गुरमते दी असल स्पिरिट नूं जीवित रख सकना कतई संभव नहीं सी रहा। इस तरह एक मूलों ही वखरे माहौल अंदर उगमियां यह संस्थावां समय ते स्थिति की तब्दील नाल कुमलाउण लग पईयां। 1765 तो बाद जद मिसलों के स्वरूप उगड़ के सामने आ गए सन, सरबत खालसा ते गुरमते की परंपरा अपने मौलिक अर्थ गुआ चुकी सी। कौमी मनोरथां की सांझ की अणहोंद विच समूह खालसे द्वारा सांझे निर्णयां उत्ते अपड़ सकना ਅਤੇ ਇਹਨਾਂ ਦਾ शुद्ध भावना नाल पालन कर सकना मुमकिन नहीं सी रहा। इस करके यथार्थ मुखी दृष्टि नाल देखा जाए तो सरबत खालसा की संस्था खालसा पंथ की तत्काली दशा के अनुकूल नहीं सी रही। शायद यही वजह सी कि महाराजा रणजीत सिंह ने 1802 ईस्वी विच जद इस रीत का बेतकल्फी नाल अंत कर दिता सी तां खालसे दे किसी भी वर्ग नूं इस दा विरोध करन दी लोड़ ते शिद्दत महसूस नहीं सी हुई। महाराजे का यह पिछल मुखी फैसला खालसे ने 7 बचन कह के प्रवान कर लिया सी। मिसलों के समय दौरान खालसे ने सैनिक जित्तां पक्षों कोई घाट नहीं सी रहन दित्ती। अटक तो लैके यमुना तक फैले विशाल खेतर अंदर ਸਿੰਘਾਂ की ताकत का डंका वजन लग पिया सी, परंतु कौमी निशाना साफ ना होने करके अते राजनीतिक दृष्टि की कमी करके वो अपनियां इन्हां जित्तां नूं पक्के पैरी ना कर सके। एक तां निजवाद ते धड़ेबंदी का बोलबाला होने करके खालसे की सत्ता कई थाईं वंडी गई। दूजा अपने दृष्टिकोण अंदर वापर चुके ना पक्षी बदलाव की वजह करके खालसा इस सत्ता नूं किसी वड्डे कारज के लेखे लाउण अथवा इसनूं सिख धर्म के उच्चे दर्जे के मनोरथां की प्राप्ति का साधन बनाउण विच सफल ना हो सकिया। इस मामले विच खालसे के सामने बाबा बंदा सिंह बहादुर ते बाबा आला सिंह के रूप में 2 उल्ट भावी दृष्टांत मौजूद सन। बदकिस्मती नाल मिसल दौर अंदर खालसे का विचारधारक करूरा बाबा बंदा सिंह नालों आला सिंह नाल वधेरे मेल खाण लग पिया सी। राजसी सत्ता प्रति उसका दृष्टिकोण रवायती जगीरू तर्ज उत्ते ढल गया सी। भावें कि अपने नैतिक विहार अंदर वह सिख सिद्धांतां तो बहुती दूर नहीं सी होया, सत्तावान हो जाण दे बावजूद खालसे दे सिर नूं सत्ता दा घुमंड नहीं सी चढ़िया। उसदा आम लोकां प्रति वतीरा प्यार ते सद्भावना वाला ही रहा। सिख आचरण दे आम नियम उसदा मार्ग दर्शन करते रहे। खालसे दे राज हेठ आम व्यक्ति नूं पूरी सुरक्षा ते इंसाफ मुहैया किया गया। धर्म ਅਤੇ जाति के आधार पर किसी व्यक्ति ਜਾਂ वर्ग विशेष नाल वितकरेबाजी ਜਾਂ बेइंसाफी का कोई मामला सामने नहीं आया। खालसे के इन्हां नैतिक गुणां नूं गैर सिख इतिहासकारां ने भी रज के सलाया है। लैपल ग्रिफिन ने भारत के होरनां समकाली हथियारबंद वर्गां नालों सिखां दा निखेड़ा करते हुए लिखिया है कि वह बंदियां वांगू लड़ते ते बंदियां वांगू ही लुटते सन, राक्षसां वांगू नहीं। जिथे दक्षिणी भारत के इतिहास के पन्ने वैशीपुणे ते खून नाल लिबड़े हुए सन, उत्थे सिख इतिहास अंदर औरतां की बेपत्ती ते बंदियां उत्ते जबर ढाउण दीआं वारदातां घट ही मिलदियां हन। चंगे इखलाकी गुणां दे मालक होना बिना शक किसी भी कौमी भाईचारे लिए माण वाली गल हुंदी है। इस नाल निश्चित तौर ते उसकी शोभा विच वाधा हुंदा है, परंतु इतिहास अंदर किसी कौमी भाईचारे के समुचे रोल अते प्राप्तियां नूं निरोल आचरण दीआं खूबियां दे गज नाल नहीं नापिया जा सकदा। इतिहास अंदर उसके समुचे रोल नूं निर्धारित करने वाला निर्णायक तत्त उसकी विचारधारा हुंदी है। इनकलाबी टीचे ते आदर्श ही हुंदे हन जो किसी वर्ग नूं इतिहास अंदर गतिशील भूमिका निभाउण लई प्रेरित ते उत्साहित करते हैं। दसम पातशाह के ज्योति जोत समा जाण तो बाद अद्धी सदी तो वधेरे समय तक खालसा गुरु साहिबान द्वारा उलिके आदर्शां ते टीचियां की शुद्ध हिरदे नाल पालना करके चलिया। इस अरसे दौरान उसदियां प्राप्तियां नूं निरापुरा सैनिक खेतर तक ही सीमित करके नहीं देखा जा सकता। समाजी ते सभ्याचारक खेतर अंदर सिख लहर दीआं प्राप्तियां किते ज़्यादा अहमियत रखदियां हन, बल्कि सच यह है कि इन्हां प्राप्तियां ने ही खालसे दीआं सैनिक जित्तां लई बुनियाद मुहैया की सी।
ਗੁਰੂ ਸਾਹਿਬਾਨ ਦੇ ਮਨੁੱਖੀ ਬਰਾਬਰੀ ਦੇ ਸੰਦੇਸ਼ ਤੇ ਸਿਧਾਂਤ ਨੂੰ ਅਮਲ ਵਿੱਚ ਸਾਕਾਰ ਕਰਨ ਲਈ ਖਾਲਸੇ ਦੁਆਰਾ ਕੀਤੇ ਗਏ ਇਨਕਲਾਬੀ ਉਪਰਾਲਿਆਂ, ਖਾਸ ਤੌਰ ਤੇ ਜਾਤ-ਪਾਤੀ ਢਾਂਚੇ ਤੇ ਵਿਚਾਰਧਾਰਾ ਦੇ ਖਿਲਾਫ ਵੱਡੀ ਤਿੱਖੀ ਇਨਕਲਾਬੀ ਜੱਦੋ-ਜਹਿਦ ਨੇ ਉਸ ਨੂੰ ਇਤਿਹਾਸ ਦੀ ਵਿਕਾਸਮੁਖੀ ਧਾਰਾ ਦਾ ਮੋਹਰੀ ਬਣਾ ਦਿੱਤਾ ਸੀ। ਇਨਸਾਫੀ, ਬਰਾਬਰੀ ਤੇ ਭਾਈਚਾਰੇ ਦੀ ਸਪਿਰਿਟ ਨੇ ਖਾਲਸੇ ਅੰਦਰ ਅਜਿਹੀ ਊਰਜਾ ਪੈਦਾ ਕਰ ਦਿੱਤੀ ਸੀ ਕਿ ਉਸਨੇ ਆਪਣੀ ਮੂਲੋਂ ਹੀ ਥੋੜ੍ਹਵੀਂ ਗਿਣਤੀ ਦੇ ਬਾਵਜੂਦ ਪੰਜਾਬ ਅੰਦਰ ਜਾਤ ਅਭਿਮਾਨੀਆਂ ਤੇ ਜਗੀਰੂ ਹੈਂਕੜੇਬਾਜ਼ਾਂ ਦੀ ਸੱਤਾ ਨੂੰ ਪੈਰਾਂ ਹੇਠਾਂ ਰੋਲ ਕੇ ਰੱਖ ਦਿੱਤਾ ਸੀ। ਪਰ ਅਫਸੋਸ ਦੀ ਗੱਲ ਇਹ ਕਿ ਸੱਤਾ ਦੀ ਮੰਜ਼ਿਲ ਤੱਕ ਪੁੱਜਦਿਆਂ ਖਾਲਸੇ ਦੀ ਇਨਕਲਾਬੀ ਮਿਸ਼ਨ ਨਾਲ ਪ੍ਰਤੀਬੱਧਤਾ ਕਮਜ਼ੋਰ ਪੈ ਗਈ ਸੀ, ਜਿਸ ਕਰਕੇ ਜਦ ਉਹ ਆਪਣੇ ਇਨਕਲਾਬੀ ਮਿਸ਼ਨ ਨੂੰ ਅੱਗੇ ਵਧਾਉਣ ਲਈ ਬਿਹਤਰ ਸਥਿਤੀ ਵਿੱਚ ਹੋ ਗਿਆ ਸੀ ਤਾਂ ਉਹ ਗੁਰੂ ਸਾਹਿਬਾਨ ਦੇ ਆਦੇਸ਼ਾਂ ਤੇ ਆਦਰਸ਼ਾਂ ਨੂੰ ਵਿਸਾਰ ਕੇ ਆਪਣੀ ਊਰਜਾ ਨੂੰ ਮਾਰ ਧਾੜ ਦੀਆਂ ਮੁਹਿੰਮਾਂ ਵਿੱਚ ਨਸ਼ਟ ਕਰ ਦੇਣ ਦੇ ਕੁਰਾਹੇ ਪੈ ਤੁਰਿਆ। ਉਸ ਕੋਲੋਂ ਸਭ ਨਾਲੋਂ ਵੱਡੀ ਕੁਤਾਹੀ ਇਹ ਹੋਈ ਕਿ ਆਪਣੀ ਸੱਤਾ ਕਾਇਮ ਕਰ ਲੈਣ ਉਪਰੰਤ ਉਸਨੇ ਜਗੀਰੂ ਪ੍ਰਬੰਧ ਦੇ ਖਾਤਮੇ ਲਈ ਕੋਈ ਅਮਲੀ ਕਦਮ ਨਾ ਪੁੱਟਿਆ। ਇਸ ਮਾਮਲੇ ਵਿੱਚ ਉਸਨੇ ਨਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਹਾਂ ਪੱਖੀ ਪੂਰਵ ਉਦਾਹਰਣ ਕੋਲੋਂ ਸਿਧਾਂਤਕ ਸੇਧ ਤੇ ਪ੍ਰੇਰਨਾ ਲਈ ਅਤੇ ਨਾ ਬਾਬਾ ਆਲਾ ਸਿੰਘ ਦੀ ਨਾ ਪੱਖੀ ਉਦਾਹਰਣ ਕੋਲੋਂ ਹੀ ਕੋਈ ਵਿਚਾਰਧਾਰਕ ਸਿੱਖਿਆ ਗ੍ਰਹਿਣ ਕੀਤੀ। ਸਿੱਖ ਕੌਮ ਨੂੰ ਇਹ ਕੁਤਾਹੀ ਬੇਹੱਦ ਮਹਿੰਗੀ ਪਈ। ਇਸ ਦੇ ਨਤੀਜੇ ਬੜੇ ਹੀ ਤਬਾਹਕੁਨ ਸਾਬਤ ਹੋਏ। ਪਿਛਲੀ 1.5 ਸਦੀ ਤੋਂ ਸਿੱਖ ਕੌਮ ਨੂੰ ਗੁਲਾਮੀ ਦਾ ਜੋ ਸੰਤਾਪ ਝੱਲਣਾ ਪੈ ਰਿਹਾ ਹੈ, ਉਸ ਦੀਆਂ ਜੜ੍ਹਾਂ 18ਵੀਂ ਸਦੀ ਦੇ ਇਸ ਸਿਧਾਂਤਕ ਕੁਰਾਹੇ ਵਿੱਚੋਂ ਲੱਭੀਆਂ ਜਾ ਸਕਦੀਆਂ ਹਨ। ਨਿਗੂਣੀ ਘੱਟ ਗਿਣਤੀ ਹੋਣ ਦੇ ਅਭਾਗੇ ਤੱਥ ਨੇ ਸਿੱਖ ਕੌਮ ਲਈ ਇਤਿਹਾਸ ਅੰਦਰ ਵੱਡੀਆਂ ਭਾਰੀ ਮੁਸ਼ਕਲਾਂ ਤੇ ਦੁਸ਼ਵਾਰੀਆਂ ਪੈਦਾ ਕੀਤੀਆਂ ਹਨ। ਖਾਸ ਕਰਕੇ ਭਾਰਤ ਅੰਦਰ ਬਰਤਾਨਵੀ ਸਾਮਰਾਜ ਦਾ ਗਲਬਾ ਸਥਾਪਿਤ ਹੋ ਜਾਣ ਤੋਂ ਲੈ ਕੇ ਅੱਜ ਤੱਕ ਇਹ ਤੱਥ ਸਿੱਖ ਕੌਮ ਲਈ ਰਾਜਨੀਤਿਕ ਸਰਾਪ ਬਣਿਆ ਹੋਇਆ ਹੈ। ਜਿਵੇਂ ਕਿ ਅਸੀਂ ਅੱਗੇ ਜਾ ਕੇ ਅਗਲੇ ਕਾਂਡਾਂ ਅੰਦਰ ਦੇਖਾਂਗੇ, ਸਿੱਖ ਕੌਮ ਦੀਆਂ ਬਹੁਤ ਸਾਰੀਆਂ ਰਾਜਸੀ ਔਕੜਾਂ ਤੇ ਥਿੜਕਣਾਂ ਦੀਆਂ ਤੰਦਾਂ ਇਸ ਅਭਾਗੇ ਤੱਥ ਨਾਲ ਜੁੜੀਆਂ ਹੋਈਆਂ ਹਨ। ਮੁਗਲ ਸ਼ਾਹੀ ਹੇਠ ਜਦੋਂ ਸਿੰਘਾਂ ਨੂੰ ਖੂਨੀ ਸੰਘਰਸ਼ ਦੇ ਵਹਿਣਾਂ ਵਿੱਚੋਂ ਦੀ ਗੁਜ਼ਰਨਾ ਪੈ ਰਿਹਾ ਸੀ, ਉਦੋਂ ਖਾਲਸੇ ਦੀ ਗਿਣਤੀ ਵਿੱਚ ਵੱਡੇ ਵਾਧੇ ਦੀ ਕੋਈ ਗੁੰਜਾਇਸ਼ ਨਹੀਂ ਸੀ। ਉਸ ਵੇਲੇ ਆਪਣੀ ਹਸਤੀ ਮਹਿਫੂਜ਼ ਰੱਖ ਸਕਣਾ ਹੀ ਉਸਦੀ ਕੋਈ ਘੱਟ ਪ੍ਰਾਪਤੀ ਨਹੀਂ ਸੀ। ਪਰ ਜਦੋਂ ਸਿੱਖਾਂ ਨੇ ਵੱਡੇ ਖੇਤਰ ਅੰਦਰ ਆਪਣੀ ਸੱਤਾ ਕਾਇਮ ਕਰ ਲਈ ਸੀ ਤਾਂ ਉਹਨਾਂ ਦੇ ਸਾਹਮਣੇ ਆਪਣੀ ਸੰਖਿਆ ਵਧਾਉਣ ਦੀਆਂ ਉੱਜਲ ਸੰਭਾਵਨਾਵਾਂ ਪੈਦਾ ਹੋ ਗਈਆਂ ਸਨ। ਇਸ ਗੱਲ ਵਿੱਚ ਰਤੀ ਸੰਦੇਹ ਨਹੀਂ ਕਿ ਸਿੱਖ ਆਪਣੀ ਸੰਖਿਆ ਵਧਾਉਣ ਲਈ ਸੱਤਾ ਦਾ ਇਸਤੇਮਾਲ ਉਸ ਢੰਗ ਨਾਲ ਨਹੀਂ ਸਨ ਕਰ ਸਕਦੇ ਜਿਸ ਤਰ੍ਹਾਂ ਕਿ ਉਸ ਜ਼ਮਾਨੇ ਵਿੱਚ ਹੋਰਨਾਂ ਧਰਮਾਂ ਵਾਲਿਆਂ, ਵਿਸ਼ੇਸ਼ ਕਰਕੇ ਮੁਸਲਮਾਨਾਂ ਦੁਆਰਾ ਕੀਤਾ ਜਾਂਦਾ ਸੀ। ਸਿੱਖ ਧਰਮ ਦੇ ਅਸੂਲ ਇਸ ਗੱਲ ਦੀ ਆਗਿਆ ਨਹੀਂ ਸੀ ਦਿੰਦੇ, ਪਰ ਸਿੱਖੀ ਅਸੂਲਾਂ ਦੀ ਪਾਲਣਾ ਕਰਦਿਆਂ ਹੀ ਇਹ ਉਦੇਸ਼ ਬਿਹਤਰ ਹਾਸਲ ਕੀਤਾ ਜਾ ਸਕਦਾ ਸੀ। ਸਿੱਖ ਧਰਮ ਦੇ ਇਨਕਲਾਬੀ ਮਨੋਰਥਾਂ ਅੰਦਰ ਬਹੁਤ ਵੱਡਾ ਦਮ ਸੀ। ਉਸ ਵੇਲੇ ਵੀ ਜਦੋਂ ਖਾਲਸਾ ਜ਼ਿੰਦਗੀ ਮੌਤ ਦੇ ਸੰਘਰਸ਼ ਵਿੱਚੋਂ ਲੰਘ ਰਿਹਾ ਸੀ, ਇਹਨਾਂ ਮਨੋਰਥਾਂ ਨੇ ਭਾਰਤੀ ਸਮਾਜ ਦੇ ਦਬਾਏ ਤੇ ਲਤਾੜੇ ਹੋਏ ਵਰਗਾਂ ਅੰਦਰ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਸੀ। ਹਕੂਮਤੀ ਜ਼ਬਰ ਦੇ ਤਪੇ ਹੋਏ ਮਾਹੌਲ ਵਿੱਚ ਵੀ ਪਛੜੇ ਤੇ ਗਰੀਬ ਵਰਗਾਂ ਚੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਜੁਝਾਰ ਖਾਲਸੇ ਦੀਆਂ ਸਫਾਂ ਵਿੱਚ ਸ਼ਾਮਲ ਹੋਣ ਦੀ ਤਕੜੀ ਹਿੰਮਤ ਦਿਖਾਈ ਸੀ। ਸਿੱਖ ਸੰਘਰਸ਼ ਅੰਦਰ ਇਹਨਾਂ ਵਰਗਾਂ ਵੱਲੋਂ ਨਿਭਾਈ ਮਹੱਤਵਪੂਰਨ ਭੂਮਿਕਾ ਦੇ ਤੱਥ ਨੂੰ ਸਾਰੇ ਇਤਿਹਾਸਕਾਰਾਂ ਨੇ ਮੰਨਿਆ ਤੇ ਸਲਾਹਿਆ ਹੈ। ਇਹਨਾਂ ਵਰਗਾਂ ਚੋਂ ਕਾਫੀ ਜਣਿਆਂ ਨੇ ਤਾਂ ਖਾਲਸਾ ਪੰਥ ਅੰਦਰ ਮੋਹਰੀ ਪਦਵੀਆਂ ਹਾਸਲ ਕਰ ਲਈਆਂ ਸਨ। ਖਾਲਸੇ ਦੁਆਰਾ ਆਪਣੀ ਸੱਤਾ ਕਾਇਮ ਕਰ ਲੈਣ ਤੋਂ ਬਾਅਦ ਜੇਕਰ ਜਾਤ-ਪਾਤ ਢਾਂਚੇ ਤੇ ਜਗੀਰੂ ਵਿਵਸਥਾ ਖਿਲਾਫ ਅਸਰਦਾਰ ਕਦਮ ਉਠਾ ਲਏ ਗਏ ਹੁੰਦੇ ਤਾਂ ਸਮਾਜ ਦੇ ਗਰੀਬ ਤੇ ਲਤਾੜੇ ਹੋਏ ਵਰਗਾਂ ਅੰਦਰ ਪੱਕ ਨਾਲ ਹੀ ਵੱਡੀ ਗਿਣਤੀ ਵਿੱਚ ਸਿੱਖ ਧਰਮ ਨੂੰ ਅਪਣਾ ਲੈਣ ਦੀ ਉਤਸ਼ਾਹੀ ਤਰੰਗ ਪੈਦਾ ਹੋ ਜਾਣੀ ਸੀ, ਜਿਸ ਨਾਲ ਸੁਭਾਵਿਕ ਰੂਪ ਵਿੱਚ ਹੀ ਸਿੱਖਾਂ ਦੀ ਸੰਖਿਆ ਵਿੱਚ ਛੜੱਪੇ ਮਾਰ ਵਾਧਾ ਹੋ ਜਾਣਾ ਸੀ। ਇਸ ਨਾਲ ਸਿੱਖਾਂ ਦੀ ਸ਼ਕਤੀ ਕਈ ਗੁਣਾ ਵੱਧ ਸਕਦੀ ਸੀ। ਇਸ ਤਰ੍ਹਾਂ ਇੱਕ ਤਾਂ ਉਹ ਨਿਗੂਣੀ ਘੱਟ ਗਿਣਤੀ ਹੋਣ ਦੇ ਸਦੀਵੀ ਸੰਤਾਪ ਤੋਂ ਛੁਟਕਾਰਾ ਹਾਸਲ ਕਰ ਸਕਦੇ ਸਨ ਅਤੇ ਦੂਜਾ ਆਪਣੇ ਗੁਰੂ ਤੇ ਗੁਰੂ ਦੇ ਇਨਕਲਾਬੀ ਮਿਸ਼ਨ ਤੋਂ ਬੇਮੁਖ ਹੋ ਜਾਣ ਦੇ ਕਲੰਕ ਤੋਂ ਸੁਰਖਰੂ ਰਹਿ ਸਕਦੇ ਸਨ। ਪਰੰਤੂ ਉਲਟਾ ਭਾਣਾ ਇਹ ਵਾਪਰ ਗਿਆ ਕਿ ਖਾਲਸੇ ਨੇ ਸੱਤਾ ਹਾਸਲ ਕਰ ਲੈਣ ਉਪਰੰਤ ਜਗੀਰੂ ਢਾਂਚੇ ਨੂੰ ਤਹਿਸ ਨਹਿਸ ਕਰਨ ਦੀ ਥਾਵੇਂ ਇਸ ਦੀ ਰਤਾ ਕੂ ਸੋਧੇ ਹੋਏ ਰੂਪ ਵਿੱਚ ਪਰਵਰਿਸ਼ ਕਰਨੀ ਸ਼ੁਰੂ ਕਰ ਦਿੱਤੀ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਆਲਾ ਸਿੰਘ ਨੇ ਕੀਤਾ ਸੀ, ਜਿਸ ਨਾਲ ਸਿੱਖ ਸਮਾਜ ਅੰਦਰ ਵੀ ਜਗੀਰੂ ਤੱਤ ਪੈਦਾ ਹੋਣੇ ਸ਼ੁਰੂ ਹੋ ਗਏ। ਅਸੀਂ ਅੱਗੇ ਜਾ ਕੇ ਦੇਖਾਂਗੇ ਕਿ ਬਾਅਦ ਵਿੱਚ ਜਾ ਕੇ ਸਿੱਖ ਪੰਥ ਅੰਦਰ ਬਹੁਤ ਸਾਰੇ ਨਿਸ਼ੇਧ ਰੁਝਾਨਾਂ ਦਾ ਸਰੋਤ ਇਹ ਜਗੀਰੂ ਤੱਤ ਹੀ ਬਣੇ। ਮਨੁੱਖੀ ਬਰਾਬਰੀ ਤੇ ਸਾਂਝੀਵਾਲਤਾ ਦੇ ਸਿੱਖ ਸਿਧਾਂਤਾਂ ਦੀ ਮੂਲ ਭਾਵਨਾ ਦੇ ਉਲਟ ਸਿੱਖ ਸਮਾਜ ਨੂੰ ਮੁੜ ਤੋਂ ਸਮਾਜਿਕ ਅਤੇ ਆਰਥਿਕ ਨਾ ਬਰਾਬਰੀ ਦਾ ਗ੍ਰਹਿਣ ਲੱਗ ਗਿਆ। ਇਸ ਪਿਛਲਮੁਖੀ ਵਰਤਾਰੇ ਨੂੰ ਲਗਾਮ ਦੇਣ ਲਈ ਕੋਈ ਉਪਰਾਲਾ ਨਾ ਕੀਤਾ ਗਿਆ।
ਜਿਵੇਂ ਕਿ ਪਹਿਲਾਂ ਵੀ ਜ਼ਿਕਰ ਹੋ ਚੁੱਕਾ ਹੈ, ਜਾਤ ਪਾਤੀ ਢਾਂਚੇ ਤੇ ਜਗੀਰੂ ਵਿਵਸਥਾ ਦਾ ਆਪਸ ਵਿੱਚ ਬੇਹੱਦ ਗੂੜਾ ਰਿਸ਼ਤਾ ਹੈ। ਦੋਨੋਂ ਇੱਕ ਦੂਜੇ ਦੇ ਪੂਰਕ ਤੇ ਪਾਲਕ ਹਨ। ਇਸ ਕਰਕੇ ਖਾਲਸੇ ਦੁਆਰਾ ਜਗੀਰੂ ਢਾਂਚੇ ਤੇ ਵਿਚਾਰਧਾਰਾ ਨਾਲ ਸਮਝੌਤਾ ਕਰ ਲੈਣ ਦਾ ਅਟੱਲ ਨਤੀਜਾ ਇਹ ਨਿਕਲਿਆ ਕਿ ਉਸ ਅੰਦਰ ਜਾਤ ਪਾਤੀ ਢਾਂਚੇ ਤੇ ਵਿਚਾਰਧਾਰਾ ਦੇ ਖਿਲਾਫ ਲੜਨ ਦਾ ਜੋਸ਼ ਮੱਠਾ ਪੈ ਤੁਰਿਆ। ਇਸ ਤਰ੍ਹਾਂ ਸਿੱਖ ਸਮਾਜ ਦੇ ਹਿੰਦੂ ਸਮਾਜ ਨਾਲੋਂ ਨਿਖੇੜੇ ਦੀ ਸਭ ਨਾਲੋਂ ਅਹਿਮ ਤੇ ਬੁਨਿਆਦੀ ਲਕੀਰ ਹੀ ਮੱਧਮ ਪੈਣੀ ਤੇ ਮਿਟਣੀ ਸ਼ੁਰੂ ਹੋ ਗਈ, ਜਿਸ ਨਾਲ ਸਿੱਖ ਪਛਾਣ ਦੇ ਮੁੜ ਤੋਂ ਹਿੰਦੂ ਪਛਾਣ ਨਾਲ ਰਲ ਗੱਡ ਹੋ ਜਾਣ ਦਾ ਸਿਲਸਿਲਾ ਆਰੰਭ ਹੋ ਗਿਆ। ਉਦੋਂ ਤੋਂ ਆਰੰਭ ਹੋਇਆ ਇਹ ਨਾਮੁਰਾਦ ਸਿਲਸਿਲਾ ਅਜੇ ਤੱਕ ਨਿਰੰਤਰ ਜਾਰੀ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਸਿੱਖ ਕੌਮ ਨੂੰ ਆਪਣੇ ਆਪ ਨੂੰ ਇਸ ਮਾਰੂ ਰੋਗ ਤੋਂ ਬਚਾਉਣ ਲਈ ਭਾਰੀ ਤਰੱਦਦ ਕਰਨਾ ਪੈ ਰਿਹਾ ਹੈ। ਸੰਘਰਸ਼ ਦੇ ਔਖੇ ਦਿਨਾਂ ਵਿੱਚ ਖਾਲਸਾ ਪੰਥ ਅੰਦਰ ਮੁੱਖ ਤੌਰ ਤੇ ਉਹੀ ਲੋਕ ਸ਼ਾਮਲ ਹੁੰਦੇ ਸਨ, ਸਿੱਖ ਧਰਮ ਦੇ ਸਿਧਾਂਤ ਤੇ ਮਨੋਰਥ ਜਿਨ੍ਹਾਂ ਨੂੰ ਚੰਗੇ ਲੱਗਦੇ ਸਨ। ਇਸ ਕਰਕੇ ਉਦੋਂ ਸਿੱਖ ਪੰਥ ਸੁਭਾਵਿਕ ਤੌਰ ਤੇ ਹੀ ਮੁੱਖ ਰੂਪ ਵਿੱਚ ਗਰੀਬ ਤੇ ਲਤਾੜੇ ਹੋਏ ਲੋਕਾਂ ਦਾ ਪੰਥ ਸੀ। ਪਰ ਜਦੋਂ ਸਿੱਖਾਂ ਦੀ ਸ਼ਕਤੀ ਵਿੱਚ ਵੱਡਾ ਵਾਧਾ ਹੋ ਗਿਆ ਤੇ ਉਹਨਾਂ ਨੇ ਆਪਣੀ ਸੱਤਾ ਕਾਇਮ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਥਿਤੀ ਅੰਦਰ ਇੱਕਦਮ ਭਾਰੀ ਬਦਲਾਅ ਆ ਗਿਆ। ਖਾਲਸੇ ਅੰਦਰ ਉਹ ਲੋਕ ਧੜਾ ਧੜ ਸ਼ਾਮਲ ਹੋਣ ਲੱਗ ਪਏ ਜਿਨ੍ਹਾਂ ਦੀ ਖਾਲਸੇ ਦੇ ਆਦਰਸ਼ਾਂ ਨਾਲ ਕੋਈ ਸਾਂਝ ਤੇ ਪ੍ਰਤੀਬੱਧਤਾ ਨਹੀਂ ਸੀ। ਉਹ ਕੇਵਲ ਅੰਮ੍ਰਿਤ ਛਕ ਲੈਣ ਨਾਲ ਹੀ ਸਿੰਘ ਅਖਵਾਉਣ ਲੱਗ ਪੈਂਦੇ ਸਨ। ਜਿਹੜੇ ਲੋਕ ਪਹਿਲਾਂ ਆਪਣੇ ਆਪ ਨੂੰ ਉੱਚੀ ਜਾਤ ਦੇ ਸਮਝ ਕੇ ਸਿੱਖ ਪੰਥ ਵੱਲ ਮੂੰਹ ਨਹੀਂ ਸਨ ਕਰਦੇ, ਖਾਲਸੇ ਦੇ ਸੱਤਾਧਾਰੀ ਹੋ ਜਾਣ ਤੋਂ ਬਾਅਦ ਉਹਨਾਂ ਨੇ ਸੱਤਾ ਦਾ ਲਾਭ ਉਠਾਉਣ ਦੇ ਮੰਤਵ ਨਾਲ ਵੱਡੀ ਗਿਣਤੀ ਵਿੱਚ ਸਿੱਖ ਪੰਥ ਅੰਦਰ ਪ੍ਰਵੇਸ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਸਿੱਖ ਸਮਾਜ ਦੇ ਜਾਤੀ ਤਵਾਜ਼ਨ ਅੰਦਰ ਉਖੇੜਾ ਆਉਣਾ ਸ਼ੁਰੂ ਹੋ ਗਿਆ। ਇਹ ਉੱਚੀਆਂ ਜਾਤਾਂ ਦੇ ਪੱਖ ਵਿੱਚ ਉਲਾਰ ਹੁੰਦਾ ਚਲਾ ਗਿਆ। 1881 ਦੀ ਮਰਦਮਸ਼ੁਮਾਰੀ ਦੇ ਅੰਕੜੇ ਇਸ ਨਿਰਣੇ ਦੀ ਪੁਸ਼ਟੀ ਕਰਦੇ ਹਨ। 1881 ਵਿੱਚ ਜਦੋਂ ਸਿੱਖ ਸਮਾਜ ਅੰਦਰ ਇਸ ਨਾਮੁਖੀ ਤਬਦੀਲੀ ਦਾ ਅਮਲ 100 ਸਾਲਾਂ ਤੋਂ ਵੀ ਵੱਧ ਲੰਮੀ ਮਿਆਦ ਭੋਗ ਚੁੱਕਾ ਸੀ, ਕੁੱਲ ਸਿੱਖ ਵਸੋਂ ਵਿੱਚ ਗਰੀਬ ਤੇ ਲਤਾੜੇ ਵਰਗਾਂ ਦਾ ਅੰਸ਼ 1/4 ਹੀ ਰਹਿ ਗਿਆ ਸੀ। ਭਾਵ ਇਹ ਕਿ ਜਾਤ ਪਾਤੀ ਰਚਨਾ ਦੇ ਪੱਖ ਤੋਂ ਸਿੱਖ ਸਮਾਜ ਦੀ ਸਥਿਤੀ ਹਿੰਦੂ ਸਮਾਜ ਨਾਲੋਂ ਬਹੁਤੀ ਅਲੱਗ ਜਾਂ ਬਿਹਤਰ ਨਹੀਂ ਸੀ ਰਹੀ। ਇਸ ਨਾਲ ਸਿੱਖ ਸਿਧਾਂਤਾਂ ਨੂੰ ਖੋਰਾ ਲੱਗਣ ਦਾ ਸਿਲਸਿਲਾ ਹੋਰ ਵਧੇਰੇ ਜ਼ੋਰ ਫੜ ਗਿਆ। ਸਮਾਜ ਅੰਦਰ ਪ੍ਰਚਲਿਤ ਜਗੀਰੂ ਸਮਾਜਿਕ ਪ੍ਰਣਾਲੀ ਤੇ ਵਿਚਾਰਧਾਰਾ ਵਿਰੁੱਧ ਲੜਾਈ ਦਾ ਰੁਖ ਛੱਡ ਕੇ ਸਮਝੌਤੇ ਦਾ ਰੁਖ ਅਖਤਿਆਰ ਕਰ ਲੈਣ ਦਾ ਇੱਕ ਹੋਰ ਵਿਨਾਸ਼ਕਾਰੀ ਨਤੀਜਾ ਇਹ ਨਿਕਲਿਆ ਕਿ ਖਾਲਸੇ ਅੰਦਰ ਜਮਹੂਰੀ ਗਣਰਾਜੀ ਸਪਿਰਿਟ ਮੰਦੀ ਪੈ ਗਈ। ਸਮੂਹਕ ਲੀਡਰਸ਼ਿਪ ਦੀ ਥਾਵੇਂ ਵਾਹਦ ਲੀਡਰ ਦਾ ਸਿਧਾਂਤ ਤੇ ਆਪਾਸ਼ਾਹੀ ਰੀਤ ਮਕਬੂਲ ਹੋ ਗਈ। ਮਿਸਲਾਂ ਦੀ ਰਾਜ ਬਣਤਰ ਅੰਦਰ ਤਾਂ ਫਿਰ ਵੀ ਤਕੜੇ ਜਮਹੂਰੀ ਗਣਰਾਜੀ ਤੇ ਸੰਘਵਾਦੀ ਅੰਸ਼ ਸਨ। ਮਿਸਲਾਂ ਨੂੰ ਖਤਮ ਕਰਕੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਿਤ ਕੀਤੇ ਗਏ ਰਾਜਕੀ ਢਾਂਚੇ ਅੰਦਰ ਇਹਨਾਂ ਗਣਰਾਜੀ ਅੰਸ਼ਾਂ ਦਾ ਭਾਰੀ ਮਾਤਰਾ ਵਿੱਚ ਨਿਸ਼ੇਧ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਰਾਜ ਦਾ ਜਮਹੂਰੀ ਗਣਰਾਜੀ ਢਾਂਚਾ ਅਪਣਾਉਣ ਦੀ ਥਾਵੇਂ ਜਗੀਰੂ ਸੁਭਾਅ ਵਾਲਾ ਰਵਾਇਤੀ ਇੱਕ ਪੁਰਖਾਸ਼ਾਹੀ ਢਾਂਚਾ ਅਪਣਾ ਲਿਆ। ਇਸ ਨਾਲ ਖਾਲਸੇ ਦੀ ਗਣਰਾਜੀ ਸਪਿਰਿਟ ਹੋਰ ਵੱਧ ਮਾਤਰਾ ਵਿੱਚ ਨੁਕਸਾਨੀ ਗਈ। ਇਸ ਸਮੁੱਚੇ ਵਰਤਾਰੇ ਨੇ ਸਿੱਖ ਕੌਮ ਦੀ ਸਿਰਜਣਾ ਦੇ ਅਮਲ ਉੱਤੇ ਜੋ ਨਾ ਪੱਖੀ ਪ੍ਰਭਾਵ ਪਾਏ ਅਤੇ ਜਿਨ੍ਹਾਂ ਦਾ ਖਮਿਆਜ਼ਾ ਕੌਮ ਨੂੰ ਅੱਜ ਤੱਕ ਵੀ ਭੁਗਤਣਾ ਪੈ ਰਿਹਾ ਹੈ, ਉਹਨਾਂ ਦਾ ਵਰਣਨ ਅਗਲੇ ਕਾਂਡ ਵਿੱਚ ਕੀਤਾ ਜਾਵੇਗਾ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 30 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।